रसूल हमजा तोफ दा मेरा दागिस्तान दा। अगला विषय है हाजी मुराद दा सिर। वड्डिया पिया सिर वेख रिहा हां, लहू दियां नदियां वहण पियां, वड्डो मारो दा शोर मचे, किवें लोग सोचण चैन दियां तिखियां तेज धार तलवारां उच्चियां उच्चियां लहरावण, राहां टेढ़ियां उजड़ उत्ते शेर मुरीद गजदे जावण। राह गलत ते चलिया सां मैं, मारिया होया घमंड दा सां, भटकिया होया सिर वेख रिहा सां, वड्डिया पिया सी जो विचारा। पुरख पहाड़ां विच जो जमदे, बेशक दूर दुराडे जाइए, होइए जिंदा या फिर मुर्दा, आखिर मुड़ के इत्थे आइए। इमाम शामिल नूं दागिस्तान तो लिजाया गया। सब पासे तोपां ते बंदूकां चलाउण वाले ਝਰੋਖਿਆਂ वाले दुर्ग बना दिते गए। इन्हां ਝਰੋਖਿਆਂ ਚੋਂ ਤੋਪਾਂ ਤੇ ਬੰਦੂਕਾਂ ਦੇ ਮੂੰਹ ਬਾਹਰ ਨਿਕਲੇ ਰਹਿੰਦੇ ਸਨ। ਭਾਵੇਂ ਉਹ ਗੋਲੇ ਗੋਲੀਆਂ ਨਹੀਂ ਚਲਾਉਂਦੀਆਂ ਸਨ, ਫਿਰ ਵੀ ਇਹ ਕਹਿੰਦੀਆਂ ਪ੍ਰਤੀਤ ਹੁੰਦੀਆਂ ਸਨ, ਚੈਨ ਨਾਲ ਬੈਠੇ ਹੋਰ ਪਹਾੜੀ ਲੋਕੋ, ਢੰਗ ਦਾ ਵਤੀਰਾ ਰੱਖੋ, ਕਿਸੇ ਤਰ੍ਹਾਂ ਦਾ ਉਦਮੂਲ ਨਾ ਮਚਾਓ। ਵਿੱਚ ਦੁੱਖ ਦੇ ਡੁੱਬੇ ਪਹਾੜ ਵਾਸੀ, ਡੁੱਬੀਆਂ ਨਦੀਆਂ, ਪਰਿੰਦੇ, ਜਨੌਰ ਸਾਰੇ, ਕਾਲ ਕੋਠੜੀ ਚੋਂ ਬਾਝੋਂ ਮੌਤ ਇੱਥੇ, ਕੁਝ ਹੋਰ ਨਾ ਦਿਸੇ ਬਾਹਰ ਵਾਰੇ। ਜਾਂਗਲੀਆਂ ਦੀ ਧਰਤੀ, ਇੱਕ ਗਵਰਨਰ ਨੇ ਦਾਗਿਸਤਾਨ ਤੋਂ ਜਾਂਦਿਆਂ ਹੋਇਆਂ ਆਖਿਆ, ਇਹ ਧਰਤੀ ਤੇ ਨਹੀਂ ਖੱਡ 'ਚ ਰਹਿੰਦੇ ਨੇ। ਦੂਜੇ ਨੇ ਲਿਖਿਆ, ਇਹਨਾਂ ਸੱਭਿਆ ਆਦੀਵਾਸੀਆਂ ਕੋਲ ਜਿੰਨੀ ਕੁ ਧਰਤੀ ਹੈ ਵੀ ਏ, ਉਹ ਵੀ ਫਾਲਤੂ ਏ। ਤੀਸਰੇ ਨੇ ਪੁਸ਼ਟੀ ਕੀਤੀ, ਪਰ ਉਸ ਬੁਰੇ ਵਕਤ ਵਿੱਚ ਵੀ ਦਾਗਿਸਤਾਨ ਦੇ ਪੱਖ ਵਿੱਚ ਲੇਰ ਮੋਨਤੋਵ, ਦੋਬਰੋ ਲਿਓਬੋਵ, ਚੇਰਨੀ ਸ਼ੇਵਸਕੀ, ਬਸਤੁਜ਼ੇਵ, ਮਾਰਲਿਨਸਕੀ ਤੇ ਪਿਰੋਗੋਵ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਹਾਂ, ਜ਼ਾਰ ਦੇ ਦੌਰ 'ਚ ਵੀ ਅਜਿਹੇ ਲੋਕ ਸਨ ਜਿਹੜੇ ਪਹਾੜੀ ਲੋਕਾਂ ਦੀ ਆਤਮਾ ਨੂੰ ਸਮਝਦੇ ਸਨ, ਜਿਨ੍ਹਾਂ ਨੇ ਦਾਗਿਸਤਾਨੀ ਜਨਗਣਨਾ ਦੇ ਬਾਰੇ ਕੁਝ ਸ਼ਬਦ ਕਹੇ। ਕਾਸ਼ ਪਹਾੜੀ ਲੋਕ ਉਸ ਵੇਲੇ ਉਹਨਾਂ ਦੀ ਭਾਸ਼ਾ ਸਮਝ ਸਕਦੇ। ਵਿਛੀ ਜੋ ਪਰਬਤ ਮਾਲਾ ਉੱਤੇ ਅਜ਼ਲੀ ਬਰਫ਼ ਦੀ ਚਾਦਰ ਏ, ਫੈਲੀ ਰਾਤ ਸਦੀਵੀ ਇੱਥੇ ਛਾਇਆ ਹਨੇਰਾ ਉੱਪਰ ਏ। ਆਪਣੀ ਮਾਤ ਭੂਮੀ ਨੂੰ ਵੇਖਦਿਆਂ ਹੋਇਆਂ ਸੁਲੇਮਾਨ ਸਤਾਲਸਕੀ ਨੇ ਕਦੇ ਕਿਹਾ ਸੀ, ਦਾਗਿਸਤਾਨ ਨੂੰ ਜਦੋਂ ਤੋਂ ਕਾਲ ਕੋਠੜੀ 'ਚ ਬੰਦ ਕੀਤਾ ਹੋਇਆ, ਸਾਲ ਦੇ ਹਰ ਮਹੀਨੇ ਦੇ 31 ਦਿਨ ਹੋ ਗਏ ਨੇ। ਮੇਰੇ ਪਿਤਾ ਜੀ ਨੇ ਕਦੇ ਲਿਖਿਆ ਸੀ, ਪਰਬਤੋ ਅਸੀਂ ਤੁਹਾਡੇ ਨਾਲ ਤਹਿਖਾਨੇ 'ਚ ਬੰਦ ਪਏ ਹਾਂ। ਅਬੂ ਤਾਲਿਬ ਨੇ ਕਦੇ ਕਿਹਾ ਸੀ, ਅਜਿਹੇ ਦੁੱਖ ਨਾਲ ਤਾਂ ਪਹਾੜਾਂ ਵਿੱਚ ਪਹਾੜੀ ਬੱਕਰਾ ਵੀ ਉਦਾਸ ਹੋ ਰਿਹਾ ਹੈ। ਅਣਖੀਲ ਮਾਰੀਨ ਨੇ ਕਦੇ ਗਾਇਆ ਸੀ, ਇਸ ਦੁਨੀਆ ਦੇ ਬਾਰੇ ਤਾਂ ਸੋਚਣਾ ਹੀ ਫਜ਼ੂਲ ਏ, ਜਿਹੜੀ ਥਾਲੀ ਵਿੱਚ ਜ਼ਿਆਦਾ ਘਿਓ ਏ ਉਸੇ ਦੀ ਮਸ਼ਹੂਰੀ ਏ। ਮਹਿਮੂਦ ਨੇ ਨਿਰਾਸ਼ਾ 'ਚ ਕਿਹਾ ਸੀ। ਸੁੱਖ ਕਿਤੇ ਨਹੀਂ। ਕੁਬਾਚੀ ਦੇ ਰਹਿਣ ਵਾਲੇ ਅਹਿਮਦ ਮੂੰਗੀ ਨੇ ਸਾਰੀ ਦੁਨੀਆ ਦਾ ਚੱਕਰ ਲਾਉਣ ਤੋਂ ਮਗਰੋਂ ਇਹ ਨਤੀਜਾ ਕੱਢਿਆ। ਪਰ ਇਸੇ ਤਰ੍ਹਾਂ ਇਰਚੀ ਕਜ਼ਾਕ ਨੇ ਲਿਖਿਆ, ਦਾਗਿਸਤਾਨ ਦੇ ਮਰਦ ਨੂੰ ਤਾਂ ਹਰ ਥਾਂ ਦਾਗਿਸਤਾਨ ਦਾ ਮਰਦ ਹੋਣਾ ਚਾਹੀਦਾ। ਮਰਨ ਤੋਂ ਪਹਿਲਾਂ ਬਾਤੀ ਰਾਏ ਨੇ ਲਿਖਿਆ, ਬਹਾਦਰਾਂ ਦੇ ਘਰ ਬੁਜ਼ਦਿਲ ਪੁੱਤਰ ਨਾ ਪੈਦਾ ਹੋਣ। ਉਸੇ ਮਹਿਮੂਦ ਨੇ ਇਹ ਗਾਇਆ, ਵਿੱਚ ਹਨੇਰੇ ਪਹਾੜਾਂ ਅੰਦਰ ਜੇ ਪਹਾੜੀ ਬੱਕਰਾ ਗੁੰਮ ਹੋ ਜਾਏ, ਜਾਂ ਤਾਂ ਉਹ ਪਗਡੰਡੀ ਲੱਭੇ ਜਾਂ ਫਿਰ ਮੌਤ ਨੂੰ ਗਲੇ ਲਗਾਏ। ਉਸੇ ਅਬੂ ਤਾਲਿਬ ਨੇ ਇਹ ਵੀ ਕਿਹਾ ਸੀ, ਇਸ ਦੁਨੀਆ 'ਚ ਹੁਣ ਧਮਾਕਾ ਹੋਇਆ ਕਿ ਹੋਇਆ, ਚੰਗਾ ਇਹ ਭਈ ਇਹ ਧਮਾਕਾ ਜ਼ਰਾ ਜ਼ੋਰ ਨਾਲ ਹੋਵੇ। ਤੇ ਉਹ ਵਕਤ ਆ ਗਿਆ, ਜ਼ੋਰ ਦਾ ਧਮਾਕਾ ਹੋਇਆ। ਧਮਾਕਾ ਤਾਂ ਦੂਰ ਹੋਇਆ, ਉਹਦੀ ਗੂੰਜ ਉਸੇ ਵੇਲੇ ਦਾਗਿਸਤਾਨ ਤੱਕ ਨਹੀਂ ਪਹੁੰਚੀ। ਫਿਰ ਵੀ ਕੁਝ ਸਾਫ਼ ਦਿਸਣ ਵਾਲੇ ਲਾਲ ਨਿਸ਼ਾਨ ਕੋਲੋਂ ਦੋ ਹਿੱਸਿਆਂ 'ਚ ਵੰਡਿਆ ਗਿਆ। ਉਹਦਾ ਇਤਿਹਾਸ, ਕਿਸਮਤ, ਹਰ ਵਿਅਕਤੀ ਦਾ ਜੀਵਨ, ਪੂਰੀ ਮਾਨਵ ਜਾਤੀ, ਕਰੋਧ ਤੇ ਪਿਆਰ, ਵਿਚਾਰ ਤੇ ਸੁਪਨੇ, ਸਭ ਕੁਝ ਦੋ ਹਿੱਸਿਆਂ 'ਚ ਵੰਡਿਆ ਗਿਆ। ਧਮਾਕਾ ਹੋ ਗਿਆ। ਕਿੱਥੇ ਹੋਇਆ ਧਮਾਕਾ? ਪੂਰੇ ਰੂਸ 'ਚ। ਕਿਸ ਚੀਜ਼ ਦਾ ਧਮਾਕਾ ਹੋਇਆ? ਇਨਕਲਾਬ ਦਾ। ਕਿਹਦੇ ਇਨਕਲਾਬ ਦਾ? ਮਿਹਨਤ ਕਸ਼ਾਂ ਦੇ ਇਨਕਲਾਬ ਦਾ। ਉਹਦਾ ਟੀਚਾ? ਜਿਨ੍ਹਾਂ ਕੋਲ ਨਹੀਂ ਸੀ ਕੱਖ, ਹੁਣ ਸਭੇ ਕੁਝ ਉਹਨਾਂ ਦੇ ਹੱਥ। ਉਹਦਾ ਰੰਗ ਕਿਹੜਾ ਹੈ? ਲਾਲ। ਉਹਦਾ ਗੀਤ ਕੀ ਏ? ਇਹ ਜੰਗ ਆਖਰੀ ਤੇ ਫੈਸਲਾ ਕੁਨ ਜੰਗ ਏ। ਉਹਦੀ ਫੌਜ? ਸਾਰੇ ਭੁੱਖੇ ਤੇ ਦੀਨ ਦੁਖੀ, ਕਿਰਤ ਦੀ ਮਹਾਨ ਸੈਨਾ। ਉਹਦੀ ਭਾਸ਼ਾ, ਉਹਦੀ ਨਸਲ? ਸਾਰੀਆਂ ਭਾਸ਼ਾਵਾਂ, ਸਾਰੀਆਂ ਨਸਲਾਂ। ਉਹਦਾ ਨੇਤਾ? ਲੈਨਿਨ। ਦਾਗਿਸਤਾਨ ਦੇ ਪਹਾੜੀ ਲੋਕਾਂ ਨੂੰ ਇਨਕਲਾਬ ਕੀ ਕਹਿੰਦਾ ਹੈ? ਸਾਨੂੰ ਉਲਥਾ ਕਰਕੇ ਦੱਸੋ। ਸੂਰਮਿਆਂ ਤੇ ਗਵਈਆਂ ਨੇ ਦਾਗਿਸਤਾਨ ਦੀਆਂ ਸਾਰੀਆਂ ਭਾਸ਼ਾਵਾਂ ਬੋਲੀਆਂ ਵਿੱਚ ਉਹਦਾ ਉਲਥਾ ਕਰ ਦਿੱਤਾ। ਸਦੀਆਂ ਤੋਂ ਪੀੜਤ ਦਾਗਿਸਤਾਨ ਦੇ ਜਨਗਣ ਟੇਡੀਆਂ ਮੇਡੀਆਂ ਪਹਾੜੀ ਪਗਡੰਡੀਆਂ ਨਾਲ ਘਿਰੇ ਸਾਡੇ ਘਰਾਂ, ਸਾਡੇ ਖੇਤਾਂ ਵਿੱਚ ਇਨਕਲਾਬ ਆਇਆ।
ਉਹਨੂੰ ਸੁਣੋ ਤੇ ਆਪਣੇ ਆਪ ਨੂੰ ਉਹਦੀ ਸੇਵਾ 'ਚ ਅਰਪਣ ਕਰ ਦਿਓ। ਉਹ ਤੁਹਾਨੂੰ ਅਜਿਹੇ ਸ਼ਬਦ ਕਹਿੰਦਾ ਹੈ ਜਿਹੜੇ ਤੁਸੀਂ ਕਦੇ ਸੁਣੇ ਨਹੀਂ। ਉਹ ਕਹਿੰਦਾ ਹੈ, ਭਰਾਓ, ਨਵਾਂ ਰੂਸ ਤੁਹਾਡੇ ਵੱਲ ਦੋਸਤੀ ਦਾ ਹੱਥ ਵਧਾਉਂਦਾ ਹੈ। ਉਸੇ ਹੱਥ ਨੂੰ ਫੜ ਲਓ, ਬੜੇ ਨਿੱਘ ਨਾਲ ਆਪਣਾ ਹੱਥ ਉਹਦੇ ਹੱਥ ਉੱਤੇ ਮਿਲਾਓ। ਉਸੇ ਵਿੱਚ ਤੁਹਾਡੀ ਸ਼ਕਤੀ ਤੇ ਵਿਸ਼ਵਾਸ ਲੁਕਿਆ ਪਿਆ ਹੈ। ਵਾਦੀਆਂ ਤੇ ਪਰਬਤਾਂ ਦੇ ਧੀਆਂ ਪੁੱਤਰੋ, ਵੱਡੀ ਦੁਨੀਆ ਵੱਲ ਖਿੜਕੀਆਂ ਖੋਲੋ। ਨਵਾਂ ਦਿਨ ਨਹੀਂ, ਸਗੋਂ ਕਿਸਮਤ ਦਾ ਸਵਾਗਤ ਕਰੋ। ਹੁਣ ਤੁਹਾਨੂੰ ਸ਼ਕਤੀਆਂ ਵਾਸਤੇ ਲੱਕ ਨਹੀਂ ਤੁੜਵਾਉਣਾ ਪੈਣਾ। ਹੁਣ ਬੇਗਾਨੇ ਲੋਕ ਤੁਹਾਡੇ ਘੋੜਿਆਂ ਉੱਤੇ ਸਵਾਰੀ ਨਹੀਂ ਕਰਨਗੇ। ਹੁਣ ਤੁਹਾਡੇ ਘੋੜੇ ਹੋਣਗੇ, ਤੁਹਾਡੇ ਖੰਜਰ ਹੋਣਗੇ, ਤੁਹਾਡੇ ਖੇਤ ਹੋਣਗੇ। ਤੁਹਾਡੀ ਆਜ਼ਾਦੀ ਹੋਏਗੀ। ਅਵਰੋਰਾ ਜਹਾਜ਼ ਉੱਤੇ ਅਕਤੂਬਰ ਇਨਕਲਾਬ ਦੇ ਆਰੰਭ ਦਾ ਸੰਕੇਤ ਦੇਣ ਵਾਲੀ ਤੋਪ ਦੀ ਗਰਜ ਦਾ ਦਾਗਿਸਤਾਨ ਦੇ ਜਨਗਣ ਦੀਆਂ ਭਾਸ਼ਾਵਾਂ ਵਿੱਚ ਉਪਰੋਕਤ ਉਲਥਾ ਕੀਤਾ ਗਿਆ। ਇਸ ਨੂੰ ਉਲਥਾਇਆ ਮਖਾਜ, ਉਲੂਬੀ, ਓਸਕਾਰ, ਜਲਾਲ ਕਾਜ਼ੀ, ਮੁਹੰਮਦ ਮਿਰਜ਼ਾ, ਹਾਰੂ ਤੇ ਇਨਕਲਾਬ ਦੇ ਹੋਰ ਮੁਰੀਦਾਂ ਨੇ, ਜਿਹੜੇ ਦਾਗਿਸਤਾਨ ਦੇ ਦੁਖੜਿਆਂ ਤੋਂ ਚੰਗੀ ਤਰ੍ਹਾਂ ਵਾਕਿਫ ਸਨ। ਤੇ ਦਾਗਿਸਤਾਨ ਆਪਣੀ ਕਿਸਮਤ ਦੇ ਸਵਾਗਤ ਲਈ ਵਧਿਆ। ਪਹਾੜੀ ਲੋਕਾਂ ਨੇ ਇਨਕਲਾਬ ਦੇ ਰੰਗ ਤੇ ਉਹਦੇ ਗੀਤਾਂ ਨੂੰ ਅਪਣਾ ਲਿਆ, ਪਰ ਇਨਕਲਾਬ ਦੇ ਦੁਸ਼ਮਣ ਭੈਭੀਤ ਹੋ ਗਏ। ਇਹ ਤਾਂ ਉਹਨਾਂ ਦੇ ਸਿਰਾਂ ਤੇ ਬਿਜਲੀ ਕੜਕ ਪਈ ਸੀ। ਉਹਨਾਂ ਦੇ ਪੈਰਾਂ ਹੇਠੋਂ ਧਰਤੀ ਖਿਸਕ ਗਈ ਸੀ। ਉਹਨਾਂ ਦੀਆਂ ਹੀ ਪਿੱਠਾਂ ਪਿੱਛੇ ਚੱਟਾਨਾਂ ਟੁੱਟ ਗਈਆਂ ਸਨ। ਪੁਰਾਣੀ ਦੁਨੀਆ ਜ਼ੋਰ ਨਾਲ ਕੰਬੀ ਤੇ ਢਹਿ ਗਈ। ਇੱਕ ਬਹੁਤ ਡੂੰਘੀ ਖਾਈ ਬਣ ਗਈ। ਆਪਣਾ ਹੱਥ ਸਾਡੇ ਵੱਲ ਵਧਾਓ। ਇਨਕਲਾਬ ਦੇ ਦੁਸ਼ਮਣਾਂ ਨੇ ਆਪਣੇ ਆਪ ਨੂੰ ਦਾਗਿਸਤਾਨ ਦਾ ਦੋਸਤ ਦੱਸਦਿਆਂ ਹੋਇਆਂ ਕਿਹਾ, ਤੁਹਾਡੇ ਹੱਥ ਦਾ ਲਹੂ ਨਾਲ ਲਿਬੜੇ ਹੋਏ ਨੇ। ਜ਼ਰਾ ਰੁਕ, ਤੂੰ ਪਿੱਛੇ ਨਾ ਜਾ। ਪਿੱਛੇ ਮੁੜ ਕੇ ਵੇਖ। ਦਾਗਿਸਤਾਨ ਕਿਸ ਚੀਜ਼ ਨੂੰ ਪਿੱਛੇ ਮੁੜ ਕੇ ਵੇਖਿਆ ਜਾਏ? ਕੀ ਇਹ ਪਿੱਛੇ ਵੇਖਣ ਨੂੰ? ਗਰੀਬੀ, ਝੂਠ, ਹਨੇਰਾ ਤੇ ਖੂਨ। ਓਏ ਛੋਟੇ ਜਿਹੇ ਦਾਗਿਸਤਾਨ, ਕਿੱਧਰ ਤੁਰ ਪਿਆ ਤੂੰ? ਕੁਛ ਵੱਡਾ ਲੱਭਣ ਲਈ। ਮਹਾਸਾਗਰ ਵਿੱਚ ਤੂੰ ਇੱਕ ਛੋਟੀ ਜਿਹੀ ਕਿਸ਼ਤੀ ਵਰਗਾ ਹੋਏਗਾ। ਤੂੰ ਕਿਤੋਂ ਦਾ ਨਹੀਂ ਰਹੇਗਾ। ਤੇਰੀ ਭਾਸ਼ਾ, ਤੇਰਾ ਧਰਮ, ਤੇਰਾ ਰੰਗ ਢੰਗ, ਤੇਰੀ ਸਮੂਰੀ ਟੋਪੀ, ਤੇਰਾ ਸਿਰ, ਇਹਨਾਂ ਚੋਂ ਕੁਝ ਵੀ ਤਾਂ ਬਾਕੀ ਨਹੀਂ ਰਹੇਗਾ। ਇਹਨਾਂ ਲੋਕਾਂ ਨੇ ਡਰਾਇਆ। ਮੈਨੂੰ ਤੰਗ ਪਹਾੜੀਆਂ ਤੇ ਚੱਲਣ ਦੀ ਆਦਤ ਏ। ਭਲਾ ਹੁਣ ਖੁੱਲੇ ਰਾਹਾਂ ਤੇ ਮੈਂ ਆਪਣਾ ਪੈਰ ਤੁੜਵਾ ਲਾਂਗਾ। ਬੜੇ ਚਿਰਾਂ ਤੋਂ ਮੈਂ ਇਹ ਰਾਹ ਲੱਭਣਾ ਪਿਆ। ਮੇਰਾ ਵਾਲ ਵੀ ਬਾਂਕਾ ਨਹੀਂ ਹੋਣ ਲੱਗਾ। ਦਾਗਿਸਤਾਨ ਧਰਮ ਭ੍ਰਸ਼ਟ ਹੋ ਗਿਆ। ਇਹ ਨਸ਼ਟ ਹੁੰਦਾ ਪਿਆ। ਦਾਗਿਸਤਾਨ ਨੂੰ ਬਚਾਓ। ਕਾਵਾਂ ਨੇ ਕਾਂਕਾ ਕੀਤੀ, ਬਘਿਆੜਾਂ ਨੇ ਚੰਗਿਆੜਾਂ ਮਾਰੀਆਂ, ਚੰਗਾ ਰੌਲਾ ਪਾਇਆ, ਧਮਕੀਆਂ ਦਿੱਤੀਆਂ, ਮਿੰਨਤਾਂ ਕੀਤੀਆਂ ਗਈਆਂ, ਕਤਲ ਕੀਤੇ ਗਏ, ਛਲ ਕਪਟ ਕੀਤਾ ਗਿਆ। ਇਨਕਲਾਬ ਦਾ ਜਿਹੜਾ ਚਿਰਾਗ ਬਲ ਰਿਹਾ ਸੀ, ਉਹਨੂੰ ਬੁਝਾਉਣ ਦੀਆਂ ਕਿੰਨੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ। ਇਸ ਮਹਾਨ ਪੁਲ ਨੂੰ ਸਾੜ ਸੁੱਟਣ ਦੇ ਕਿੰਨੇ ਯਤਨ ਕੀਤੇ ਗਏ। ਇੱਕ ਤੋਂ ਬਾਅਦ ਇੱਕ ਝੰਡਾ ਬਦਲਿਆ, ਇੱਕ ਤੋਂ ਬਾਅਦ ਇੱਕ ਲੁਟੇਰਾ ਆਇਆ। ਸਰਦੀ ਦੀ ਬੇਹੱਦ ਠੰਡੀ ਰਾਤ ਵਿੱਚ ਸਮੂਰ ਦੇ ਕੋਟ ਵਾਂਗ ਉਹਨਾਂ ਨੇ ਛੋਟੇ ਜਿਹੇ ਦਾਗਿਸਤਾਨ ਨੂੰ ਆਪਣੇ ਵੱਲ ਖਿੱਚਿਆ। ਇਹਦੀਆਂ ਲੀਰਾਂ ਕਰ ਸੁੱਟੀਆਂ ਤੇ ਉਸ ਸੰਗਲੀ ਵਿੱਚੋਂ ਖੁੱਲੇ ਪਹਾੜੀ ਬੱਕਰੇ ਵਾਂਗੂ ਕਦੇ ਇੱਕ ਪਾਸੇ ਤੇ ਦੂਜੇ ਪਾਸੇ ਭੱਜਦਾ ਰਿਹਾ। ਹਰ ਕੋਈ ਹਿੰਸਕ ਜਿਹੀ ਤਿੱਖੀ ਲਾਲਸਾ ਨਾਲ ਉਹਨੂੰ ਫੜਨ ਵਾਸਤੇ ਉਹਦੇ ਉੱਤੇ ਝਪਟ ਰਿਹਾ ਸੀ। ਕਿਹੋ ਜਿਹੇ ਸ਼ਿਕਾਰੀਆਂ ਨੇ ਉਹਦੇ ਉੱਤੇ ਗੋਲੀਆਂ ਨਹੀਂ ਚਲਾਈਆਂ। ਮੈਂ ਦਾਗਿਸਤਾਨ ਦਾ ਇਮਾਮ ਨਜ਼ਾਮੁਦੀਨ ਗੋਤਸਿੰਸਕੀ ਹਾਂ, ਜਿਹਨੂੰ ਆਂਦੀ ਦੀ ਝੀਲ ਦੇ ਤੱਟ ਦੇ ਲੋਕਾਂ ਨੇ ਚੁਣਿਆ। ਮੇਰੀ ਤਲਵਾਰ ਇਹੋ ਜਿਹੀਆਂ ਸਮੂਰੀ ਟੋਪੀਆਂ ਦੀ ਤਲਾਸ਼ ਵਿੱਚ ਏ, ਜਿਨ੍ਹਾਂ ਉੱਤੇ ਲਾਲ ਕੱਪੜੇ ਦੇ ਟੁਕੜੇ ਲੱਗੇ ਨੇ। ਇੱਕੋ ਹੀ ਮਜ਼ਹਬ ਨੂੰ ਮੰਨਣ ਵਾਲਿਓ ਮੁਸਲਮਾਨ ਭਰਾਓ, ਮੇਰੇ ਪਿੱਛੇ ਆਓ। ਮੈਂ ਹੀ ਇਸਲਾਮ ਦਾ ਹਰਾ ਝੰਡਾ ਉਤਾਂ ਚੁੱਕਿਆ। ਇੱਕ ਹੋਰ ਆਦਮੀ ਬੜੇ ਜ਼ੋਰ ਨਾਲ ਚੀਕ ਕੇ ਇੰਜ ਕਹਿੰਦਾ ਸੀ। ਉਹਦਾ ਨਾਂ ਸੀ ਉਜ਼ੂਨ ਹਾਜੀ। ਜਦੋਂ ਤੱਕ ਮੈਂ ਆਖਰੀ ਬਾਲਸ਼ਵਿਕ ਦਾ ਸਿਰ ਬਾਂਸ ਤੇ ਟੰਗ ਕੇ ਉਹਦੀ ਸਭ ਤੋਂ ਉੱਚੇ ਪਰਬਤ ਉੱਤੇ ਨੁਮਾਇਸ਼ ਨਹੀਂ ਲਾ ਦਿੰਦਾ, ਉਦੋਂ ਤੱਕ ਆਪਣੀ ਬੰਦੂਕ ਕਿੱਲੀ ਤੇ ਨਹੀਂ ਟੰਗਾਂਗਾ। ਪ੍ਰਿੰਸ ਨੋਬੇਗ ਤਾਰਕੋਵਸਕੀ ਇਹ ਸ਼ੋਰ ਮਚਾਉਂਦਾ ਹੁੰਦਾ ਸੀ। ਇਸੇ ਸਾਲ ਜ਼ਾਰ ਦੀ ਫੌਜ ਦੇ ਕਰਨਲ ਕਾਇਤਮਾਜ਼ ਅਲੀਖਨਾਵ ਨੇ ਖੂਨਜ਼ੇ ਵਿੱਚ ਆਪਣੇ ਵਾਸਤੇ ਇੱਕ ਮਹਿਲ ਬਣਵਾਇਆ। ਉਹਨੇ ਇੱਕ ਪਹਾੜੀਏ ਨੂੰ ਆਪਣਾ ਘਰ ਦਿਖਾਉਣ ਲਈ ਆਪਣੇ ਕੋਲ ਬੁਲਾਇਆ। ਖੁਦ ਆਪਣੇ ਮਹਿਲ ਉੱਤੇ ਮੁਗਧ ਹੋਇਆ ਹੁੰਦਿਆਂ ਕਾਇਤਮਾਜ਼ ਨੇ ਪੁੱਛਿਆ, ਕਿਉਂ, ਵਧੀਆ ਨਾ ਮੇਰਾ ਮਹਿਲ? ਮਰਦੇ ਹੋਏ ਆਦਮੀ ਲਈ ਤਾਂ ਬਹੁਤ ਹੀ ਵਧੀਆ। ਪਹਾੜੀ ਆਦਮੀ ਨੇ ਜਵਾਬ ਦਿੱਤਾ, ਮੇਰੇ ਮਰਨ ਦਾ ਭਲਾ ਕੀ ਸਵਾਲ ਪੈਦਾ ਹੁੰਦਾ ਹੈ? ਇਨਕਲਾਬ। ਮੈਂ ਉਹਨੂੰ ਖੂੰਜੇ ਵਿੱਚ ਤਾਂ ਨਹੀਂ ਆਉਣ ਦੇਣ ਲੱਗਾ। ਕਰਨਲ ਅਲੀਖਾਨੋਵ ਨੇ ਜਵਾਬ ਦਿੱਤਾ ਤੇ ਛਾਲ ਮਾਰ ਕੇ ਤੇਜ਼ ਸਫੈਦ ਘੋੜੇ ਉੱਤੇ ਸਵਾਰ ਹੋ ਗਿਆ। ਮੈਂ ਸੈਯਦ ਬੇਈ ਹਾਂ, ਇਮਾਮ ਸ਼ਾਮੀਲ ਦਾ ਸਕਾ ਪੋਤਰਾ। ਮੈਂ ਤੁਰਕੀ ਦੇ ਸੁਲਤਾਨ ਵੱਲੋਂ ਇੱਥੇ ਆਇਆ
ਕਿ ਉਹਦੇ ਬਹਾਦਰਾਂ ਦੀ ਮਦਦ ਨਾਲ ਦਾਗਿਸਤਾਨ ਨੂੰ ਆਜ਼ਾਦ ਕਰਵਾਵਾਂ। ਬਾਹਰ ਤੋਂ ਆਉਣ ਵਾਲੇ ਇੱਕ ਹੋਰ ਵਿਅਕਤੀ ਨੇ ਅਜਿਹਾ ਐਲਾਨ ਕੀਤਾ ਤੇ ਉਹਦੇ ਨਾਲ ਸਭ ਤਰ੍ਹਾਂ ਦੇ ਤੁਰਕ ਪਾਸ਼ਾ ਤੇ ਬੇਈ ਸਨ। ਅਸੀਂ ਦਾਗਿਸਤਾਨ ਦੇ ਦੋਸਤ ਹਾਂ, ਮੁਦਾਖਲਤ ਕਰਨ ਵਾਲਿਆਂ ਨੇ ਚੀਖ ਕੇ ਆਖਿਆ ਤੇ ਦਾਗਿਸਤਾਨ ਦੀ ਧਰਤੀ ਉੱਤੇ ਤੋੜ-ਫੋੜ ਦੀਆਂ ਕਾਰਵਾਈਆਂ ਕਰਨ ਵਾਲੇ ਬਰਤਾਨਵੀ ਫੌਜੀ ਆ ਧਮਕੇ। ਦਾਗਿਸਤਾਨ ਇਹ ਬਾਕੂ ਦਾ ਫਾਟਕ ਏ। ਇਸ ਫਾਟਕ ਉੱਤੇ ਮੈਂ ਮਜ਼ਬੂਤ ਜੰਦਰਾ ਮਾਰ ਦਿਆਂਗਾ। ਜ਼ਾਰ ਦੀ ਫੌਜ ਦੇ ਕਰਨਲ ਬਿਚੇਰਾਖੋਵ ਨੇ ਫੜ ਮਾਰੀ ਤੇ ਪੋਸਟ ਪੇਤਰੋਵਸਕ ਨੂੰ ਤਬਾਹ ਕਰ ਸੁੱਟਿਆ। ਬਹੁਤ ਸਾਰੇ ਬਿਨ ਬੁਲਾਏ ਮਹਿਮਾਨ ਆਏ। ਕਿਹਦੇ ਗੰਦੇ ਹੱਥ ਨੇ ਦਾਗਿਸਤਾਨ ਦੀ ਛਾਤੀ ਉੱਤੋਂ ਕਮੀਜ਼ ਨੂੰ ਨਹੀਂ ਪਾੜਿਆ। ਕਿਹੋ ਜਿਹੇ ਝੰਡਿਆਂ ਦੀ ਝਲਕ ਇੱਥੇ ਨਹੀਂ ਮਿਲੀ। ਕਿਹੋ ਜਿਹੀਆਂ ਹਵਾਵਾਂ ਇੱਥੇ ਨਹੀਂ ਚੱਲੀਆਂ। ਕਿਹੋ ਜਿਹੀਆਂ ਲਹਿਰਾਂ ਪੱਥਰਾਂ ਨਾਲ ਨਹੀਂ ਟਕਰਾਈਆਂ। ਦਾਗਿਸਤਾਨ, ਜੇ ਤੂੰ ਸਾਡੀ ਗੱਲ ਨਹੀਂ ਮੰਨੇਗਾ ਤਾਂ ਅਸੀਂ ਤੈਨੂੰ ਧੱਕ ਕੇ ਸਮੁੰਦਰ 'ਚ ਡੁਬੋ ਦਿਆਂਗੇ, ਬਾਹਰੋਂ ਆਉਣ ਵਾਲਿਆਂ ਨੇ ਧਮਕੀ ਦਿੱਤੀ। ਮੇਰੇ ਪਿਤਾ ਜੀ ਨੇ ਉਸ ਵਕਤ ਲਿਖਿਆ ਸੀ, ਦਾਗਿਸਤਾਨ ਅਜਿਹੇ ਜਾਨਵਰ ਵਰਗਾ ਹੈ ਜਿਹਨੂੰ ਸਾਰੇ ਪਾਸਿਓਂ ਪਰਿੰਦੇ ਚੂੰਡਦੇ ਹਨ। ਗੋਲੀਬਾਰੀ ਹੋਈ, ਅੱਗ ਦੀਆਂ ਲੱਟਾਂ ਉੱਠੀਆਂ, ਲਹੂ ਡੁੱਲਿਆ, ਚੱਟਾਨਾਂ 'ਚੋਂ ਧੂੰਆਂ ਉੱਠਿਆ, ਫਸਲਾਂ ਸੜੀਆਂ, ਪਿੰਡ ਤਬਾਹ ਹੋਏ, ਬਿਮਾਰੀਆਂ ਨੇ ਲੋਕਾਂ ਦੀਆਂ ਜਾਨਾਂ ਲਈਆਂ। ਕਿਲੇ ਕਦੀ ਇੱਕ ਦੇ ਹੱਥ ਕਦੇ ਦੂਜੇ ਦੇ ਹੱਥ ਆਉਂਦੇ ਜਾਂਦੇ ਰਹੇ। ਇਹ ਸਭ ਕੁਝ 4 ਸਾਲ ਤੱਕ ਚੱਲਦਾ ਰਿਹਾ। ਪਹਿਲੀ ਵੇਚ ਕੇ ਘੋੜਾ ਖਰੀਦਿਆ, ਗਾਂ ਵੇਚ ਕੇ ਤਲਵਾਰ ਖਰੀਦੀ। ਪਹਾੜੀ ਲੋਕ ਉਹਨੇ ਦਿਨੀ ਇੰਜ ਕਹਿੰਦੇ ਹੁੰਦੇ ਸਨ। ਸਵਾਰਾਂ ਨੂੰ ਗਵਾ ਕੇ ਘੋੜੇ ਹਿਣਹਿਣਾਉਂਦੇ ਰਹੇ, ਕਾਂ ਮੁਰਦਿਆਂ ਦੀਆਂ ਅੱਖਾਂ ਕੱਢਦੇ ਰਹੇ। ਮੇਰੇ ਪਿਤਾ ਜੀ ਨੇ ਉਸ ਸਮੇਂ ਦੇ ਦਾਗਿਸਤਾਨ ਦੀ ਅਜਿਹੇ ਪੱਥਰ ਨਾਲ ਤੁਲਨਾ ਕੀਤੀ ਸੀ ਜਿਹਦੇ ਨੇੜਿਓਂ ਅਨੇਕ ਨਦੀਆਂ ਸ਼ੋਰ ਮਚਾਉਂਦੀਆਂ ਹੋਈਆਂ ਲੰਘੀਆਂ ਹੋਣ। ਮੇਰੀ ਮਾਂ ਨੇ ਅਨੇਕ ਤੂਫਾਨੀ ਵਹਿਣਾਂ ਦੇ ਉਲਟ ਜਾਣ ਵਾਲੀ ਮੱਛੀ ਨਾਲ ਉਹਦੀ ਤੁਲਨਾ ਕੀਤੀ ਸੀ। ਅਬੂ ਤਾਲਿਬ ਨੇ ਯਾਦ ਕਰਦਿਆਂ ਹੋਇਆਂ ਲਿਖਿਆ ਸੀ, ਸਾਡੇ ਦੇਸ਼ ਦੇ ਕਿਹੋ ਜਿਹੇ ਜੁਰਨਾ ਵਜਾਉਣ ਵਾਲਿਆਂ ਨੂੰ ਨਹੀਂ ਦੇਖਿਆ। ਖੁਦ ਅਬੂ ਤਾਲਿਬ ਛਾਪਾ ਮਾਰ ਦਸਤੇ ਦਾ ਜੁਰਨਾ ਵਜਾਉਣ ਵਾਲਾ ਸੀ। ਹੁਣ ਕਲਮਾਂ ਨਾਲ ਉਹ ਕਹਾਣੀ ਨੂੰ ਲਿਖਿਆ ਜਾਂਦਾ ਹੈ ਜਿਹਨੂੰ ਤਲਵਾਰਾਂ ਨਾਲ ਲਿਖਿਆ ਗਿਆ ਸੀ। ਹੁਣ ਉਹਨਾਂ ਦਿਨਾਂ ਦਾ ਅਧਿਐਨ ਕਰਦਿਆਂ ਹੋਇਆਂ ਮਸ਼ਹੂਰੀ ਤੇ ਬਹਾਦਰੀ ਦੇ ਕਾਰਨਾਮਿਆਂ ਨੂੰ ਤੱਕੜੀ ਤੇ ਤੋਲਿਆ ਜਾਂਦਾ ਹੈ। ਵੀਰਾਂ ਸੂਰਮਿਆਂ ਦਾ ਮੁਲਾਂਕਣ ਕਰਦਿਆਂ ਹੋਇਆਂ ਵਿਦਵਾਨ ਆਪਸ 'ਚ ਬਹਿਸ ਕਰਦੇ ਹਨ। ਅਸੀਂ ਕਹਿ ਸਕਦੇ ਹਾਂ ਉਹ ਆਪਸ 'ਚ ਜੂਝਦੇ ਹਨ। ਪਰ ਖੈਰ, ਵੀਰਾਂ ਨੇ ਲੜਾਈ ਲੜ ਲਈ। ਮੇਰੇ ਵਾਸਤੇ ਸੱਚਮੁੱਚ ਇਸ ਗੱਲ ਦਾ ਕੋਈ ਮਹੱਤਵ ਨਹੀਂ ਕਿ ਇਹਨਾਂ ਵਿੱਚੋਂ ਕਿਹਨੂੰ ਪਹਿਲਾ, ਦੂਜਾ ਜਾਂ ਤੀਜਾ ਥਾਂ ਦਿੱਤਾ ਜਾਏ। ਵਧੇਰੇ ਮਹੱਤਵਪੂਰਨ ਜਾਂ ਇਹ ਚੀਜ਼ ਹੈ ਕਿ ਇਨਕਲਾਬ ਨੇ ਚੇਰਕਿਸਕਾ ਦੇ ਪੱਲੇ ਨਾਲ ਮੌਤ ਦੇ ਘਾਟ ਉਤਾਰੇ ਗਏ ਆਪਣੇ ਆਖਰੀ ਦੁਸ਼ਮਣ ਦਾ ਖੂਨ ਪੂੰਝ ਕੇ ਖੰਜਰ ਨੂੰ ਮਿਆਨ 'ਚ ਰੱਖ ਲਿਆ। ਪਹਾੜੀ ਆਦਮੀ ਨੇ ਇਹਦੀ ਦਾਤਰੀ ਬਣਾ ਲਈ। ਆਪਣੀ ਨੁਕੀਲੀ ਸੰਗੀਨ ਨੂੰ ਉਹਨੇ ਪਹਾੜੀ ਢਾਲ ਉੱਤੇ ਪੱਥਰਾਂ 'ਚ ਗੱਡ ਦਿੱਤਾ। ਹਲ 'ਚ ਆਪਣੀ ਤਾਕਤ ਲਾਉਂਦਿਆਂ ਹੋਇਆਂ ਉਹ ਆਪਣੀ ਜ਼ਮੀਨ ਨੂੰ ਵਾਹੁਣ ਬੀਜਣ ਲੱਗਾ। ਬਲਦਾਂ ਨੂੰ ਹੱਕਦਿਆਂ ਹੋਇਆਂ ਆਪਣੀ ਪੈਲੀ 'ਚੋਂ ਘਾਹ ਨੂੰ ਗੱਡੇ ਤੇ ਲੱਦ ਕੇ ਲਿਜਾਣ ਲੱਗ ਪਿਆ। ਪਹਾੜ ਦੀ ਚੋਟੀ ਉੱਤੇ ਲਾਲ ਝੰਡਾ ਲਹਿਰਾ ਕੇ ਦਾਗਿਸਤਾਨ ਨੇ ਆਪਣੀਆਂ ਮੁੱਛਾਂ ਤੇ ਤਾ ਦਿੱਤਾ। ਨਕਲੀ ਇਮਾਮ ਗੋਦਸਿੰਸਕੀ ਦੀ ਪੱਗ ਨਾਲ ਉਹਨੇ ਕਾਵਾਂ ਚਿੜੀਆਂ ਨੂੰ ਡਰਾਉਣ ਵਾਲਾ ਡਰਨਾ ਬਣਾ ਕੇ ਖੇਤ 'ਚ ਖੜਾ ਕਰ ਦਿੱਤਾ। ਖੁਦ ਇਮਾਮ ਨੂੰ ਤਾਂ ਇਨਕਲਾਬ ਨੇ ਹੀ ਸਜ਼ਾ ਦਿੱਤੀ। ਗੋਦਸਿੰਸਕੀ ਅਦਾਲਤ ਵਿੱਚ ਗਿੜਗੜਾਉਂਦਾ ਰਿਹਾ। ਗੋਰੇ ਜ਼ਾਰ ਨੇ ਸ਼ਮੀਲ ਨੂੰ ਜ਼ਿੰਦਾ ਛੱਡ ਦਿੱਤਾ ਸੀ। ਉਹਦਾ ਕੁਝ ਵੀ ਨਹੀਂ ਵਿਗੜਿਆ ਸੀ। ਤੁਸੀਂ ਮੈਨੂੰ ਮੌਤ ਦੀ ਸਜ਼ਾ ਦੇ ਰਹੇ ਹੋ। ਦਾਗਿਸਤਾਨ ਤੇ ਇਨਕਲਾਬ ਨੇ ਉਹਦਾ ਜਵਾਬ ਦਿੱਤਾ, ਤੇਰੇ ਜਿਹੇ ਦਾ ਤਾਂ ਸ਼ਮੀਲ ਨੇ ਵੀ ਸਿਰ ਵੱਢ ਸੁੱਟਿਆ ਹੁੰਦਾ। ਉਹ ਆਖਦਾ ਹੁੰਦਾ ਸੀ, ਗੱਦਾਰ ਦਾ ਤਾਂ ਧਰਤੀ ਦੇ ਉੱਤੇ ਰਹਿਣ ਦੀ ਬਜਾਏ ਉਹਦੇ ਹੇਠਾਂ ਹੋਣਾ ਕਿਤੇ ਜ਼ਿਆਦਾ ਚੰਗਾ ਹੈ। ਹਾਂ, ਉਹਨੂੰ ਸਜ਼ਾ ਦਿੱਤੀ ਗਈ। ਇੱਕ ਵੀ ਪਹਾੜੀ ਨਹੀਂ ਕੰਬੀ, ਕਿਸੇ ਨੇ ਵੀ ਅਥਰੂ ਨਹੀਂ ਘੇਰੇ, ਕਿਸੇ ਨੇ ਵੀ ਉਹਦੀ ਕਬਰ ਉੱਤੇ ਯਾਦ ਦਾ ਪੱਥਰ ਕੁਤਬਾ ਨਹੀਂ ਲਾਇਆ। ਕਾਇਤਮਾਜ਼ ਅਲੀ ਖਾਨੋਵ ਆਪਣੇ ਚਿੱਟੇ ਘੋੜੇ ਤੇ ਸਵਾਰ ਹੋ ਕੇ ਤਸੂਨਤੀ ਇਲਾਕੇ ਦੇ ਜੰਗਲਾਂ 'ਚੋਂ ਭੱਜ ਤੁਰਿਆ। ਉਹਦੇ 2 ਪੁੱਤਰਾਂ ਉਹਦੇ ਨਾਲ ਭੱਜ ਰਹੇ ਸਨ, ਪਰ ਉਹ ਲਾਲ ਛਾਪਾ ਮਾਰਾਂ ਦੀਆਂ ਗੋਲੀਆਂ ਦੇ ਸ਼ਿਕਾਰ ਹੋ ਗਏ। ਕਰਨਲ ਦਾ ਸਫੈਦ ਘੋੜਾ ਉਦਾਸ ਹੁੰਦਾ ਤੇ ਇੱਕ ਲੱਤ ਤੇ ਲੰਗੜਾਉਂਦਾ ਹੋਇਆ ਖੂੰਜੇ ਦੇ ਕਿਲੇ 'ਚ ਵਾਪਸ ਮੁੜ ਗਿਆ। ਤੈਨੂੰ ਗਲਤ ਰਾਹ ਤੇ ਛੱਡ ਦਿੱਤਾ ਸੀ ਉਹਨਾਂ ਨੇ, ਮੁਸਲਮ ਅਤਾਯਾਈਵ ਨੇ ਵਿਚਾਰੇ ਘੋੜੇ ਨੂੰ ਕਿਹਾ। ਉਹ ਤਾਂ ਦਾਗਿਸਤਾਨ ਨੂੰ ਵੀ ਉਸੇ ਰਾਹ ਤੇ ਲਿਜਾਣਾ ਚਾਹੁੰਦੇ ਸੀ। ਬਿਚੇਰਾਖੋਵ ਨੂੰ ਵੀ ਭਜਾ ਦਿੱਤਾ ਗਿਆ। ਉਹਦੇ ਇੱਧਰ ਉੱਧਰ ਖਿਲਰੇ ਹੋਏ ਫੌਜੀ ਦਸਤੇ ਕਾਸਪੀ ਦੀਆਂ ਲਹਿਰਾਂ 'ਚ ਡੁੱਬ ਗਏ। ਅਮੀਨ ਉਹਨਾਂ ਨੂੰ ਆਪਣੇ ਹੇਠਾਂ ਛੁਪਾਉਂਦਿਆਂ ਹੋਇਆਂ ਲਹਿਰਾਂ ਨੂੰ ਕਿਹਾ, ਅਮੀਨ, ਪਹਾੜ ਕਹਿ ਉੱਠੇ, ਅੱਲਾਹ ਕਰੇ ਉਹ ਜਹੰਨਮ 'ਚ ਚਲੇ ਜਾਣ ਜਿਹੜੇ ਇਸ ਧਰਤੀ ਉੱਤੇ ਜਹੰਨਮ ਬਣਾ ਰਹੇ ਹਨ। ਇਸਤੰਬੂਲ ਵਿੱਚ ਮੈਂ ਬਾਜ਼ਾਰ ਗਿਆ। ਮੇਰੇ ਆਲੇ ਦੁਆਲੇ ਜਮਾਂ ਸਾਬਕਾ ਆਵਾਰ ਲੋਕਾਂ ਨੇ ਮੈਨੂੰ ਭੀੜ 'ਚ ਜਾਂਦਾ ਹੋਇਆ ਇੱਕ ਬੁੱਢਾ ਵਿਖਾਇਆ। ਉਹ ਇੱਕ ਅਜਿਹੀ ਬੋਰੀ ਜਿਹਾ ਲੱਗਦਾ ਸੀ ਜਿਸ ਵਿੱਚੋਂ ਅੰਨ ਦੇ ਦਾਣੇ ਕਿਰਦੇ ਪਏ ਹੋਣ। ਇਹ ਕਾਜ਼ਿਮ ਬੇਈ ਏ। ਕਿਹੜਾ ਕਾਜ਼ਿਮ ਬੇਈ? ਉਹ ਜਿਹੜਾ ਤੁਰਕੀ ਦੇ ਸੁਲਤਾਨ ਦੀਆਂ ਫੌਜਾਂ ਲੈ ਕੇ ਦਾਗਿਸਤਾਨ ਗਿਆ ਸੀ। ਭਲਾ ਉਹ ਅਜੇ ਤੱਕ ਜਿਉਂਦਾ ਹੈ?
ਜਿਵੇਂ ਵੇਖਣੇ ਪਏ ਆ। ਉਹਦਾ ਜਿਸਮ ਤਾਂ ਅਜੇ ਤੱਕ ਜਿਉਂਦਾ। ਸਾਡੀ ਜਾਣ ਪਛਾਣ ਕਰਵਾਈ ਗਈ। ਦਾਗਿਸਤਾਨ, ਮੈਂ ਜਾਣਨਾ ਉਸ ਦੇਸ਼ ਨੂੰ, ਬੁੱਢੇ ਖੂਸੜ ਨੇ ਕਿਹਾ। ਤੁਹਾਨੂੰ ਵੀ ਦਾਗਿਸਤਾਨ ਵਿੱਚ ਜਾਣਦੇ ਨੇ? ਮੈਂ ਜਵਾਬ ਦਿੱਤਾ। ਹਾਂ, ਮੈਂ ਉੱਥੇ ਗਿਆ ਸੀ। ਫਿਰ ਜਾਓਗੇ? ਮੈਂ ਜਾਣਬੁੱਝ ਕੇ ਪੁੱਛਿਆ। ਹੁਣ ਕਦੇ ਨਹੀਂ ਜਾਵਾਂਗਾ, ਉਹਨੇ ਜਵਾਬ ਦਿੱਤਾ ਤੇ ਛੇਤੀ ਛੇਤੀ ਆਪਣੀ ਦੁਕਾਨ ਵੱਲ ਚਲਾ ਗਿਆ। ਇਸਤੰਬੁਲ ਦੇ ਬਾਜ਼ਾਰ ਦਾ ਇੱਕ ਛੋਟਾ ਜਿਹਾ ਦੁਕਾਨਦਾਰ ਭਲਾ ਇਹ ਭੁੱਲ ਗਿਆ ਕਿ ਕਾਸੂਮ ਕੈਂਟ ਵਿੱਚ ਕਿਵੇਂ ਉਹਨੇ ਪਹਿਲੀਆਂ ਵਿੱਚ 3 ਅਮਨਪਸੰਦ ਹਾਲੀਆਂ ਨੂੰ ਮਾਰ ਸੁੱਟਿਆ ਸੀ। ਭਲਾ ਕਿਹਨੂੰ ਪਹਾੜਾਂ ਵਿਚਲੀ ਉਹ ਚੱਟਾਨ ਯਾਦ ਨਹੀਂ ਜਿੱਥੋਂ ਇੱਕ ਪਹਾੜੀ ਮੁਟਿਆਰ ਨੇ ਇਸ ਕਰਕੇ ਖੱਡ 'ਚ ਛਾਲ ਮਾਰ ਦਿੱਤੀ ਸੀ ਕਿ ਤੁਰਕੀ ਸਿਪਾਹੀਆਂ ਦੇ ਹੱਥ 'ਚ ਨਾ ਪੈ ਜਾਏ। ਭਲਾ ਇਸ ਦੁਕਾਨਦਾਰ ਨੂੰ ਇਹ ਯਾਦ ਨਹੀਂ ਕਿ ਕਿਵੇਂ ਬਾਗ 'ਚ ਇੱਕ ਮੁੰਡੇ ਨੂੰ ਉਹਦੇ ਸਾਹਮਣੇ ਲਿਆਂਦਾ ਗਿਆ ਸੀ, ਕਿਵੇਂ ਇਹਨੇ ਉਹਦੀਆਂ ਚੈਰੀਆਂ ਖੋਹ ਲਈਆਂ ਸਨ ਤੇ ਮੂੰਹ ਵਿੱਚੋਂ ਗਿਟਕ ਉਹਦੀ ਅੱਖ 'ਚ ਥੁੱਕ ਮਾਰੀ ਸੀ। ਪਰ ਖੈਰ, ਉਹ ਇੱਕ ਇਹ ਤਾਂ ਨਹੀਂ ਭੁੱਲਿਆ ਹੋਏਗਾ ਕਿ ਉਹ ਕਿਵੇਂ ਇਕੱਲੇ ਕੱਛੇ 'ਚ ਭੱਜਿਆ ਸੀ ਤੇ ਇੱਕ ਪਹਾੜੀ ਔਰਤ ਨੇ ਪਿੱਛੋਂ ਆਵਾਜ਼ ਮਾਰ ਕੇ ਆਖਿਆ ਸੀ, ਮਖਿਆ ਤੂੰ ਆਪਣੀ ਸਮੂਰ ਦੀ ਟੋਪੀ ਤਾਂ ਭੁੱਲ ਹੀ ਗਿਆ। ਭੰਨ ਤੋੜ ਦੀਆਂ ਕਾਰਵਾਈਆਂ ਕਰਨ ਵਾਲੇ ਦਾਗਿਸਤਾਨ 'ਚੋਂ ਭੱਜ ਗਏ। ਕਾਜ਼ਿਮ ਬਈ ਵੀ ਭੱਜ ਗਿਆ। ਸ਼ਮੀਲ ਦਾ ਪੁੱਤਰ ਸਈਦ ਬਈ ਵੀ ਭੱਜ ਗਿਆ। ਸਈਦ ਬਈ ਹੁਣ ਕਿੱਥੇ ਹੈ? ਮੈਂ ਇਸਤੰਬੁਲ 'ਚ ਪੁੱਛਿਆ। ਸਾਊਦੀ ਅਰਬ ਚਲਾ ਗਿਆ। ਕਾਦੇ ਲਈ? ਵਪਾਰ ਕਰਨ ਵਾਸਤੇ। ਉੱਥੇ ਉਹਦੀ ਥੋੜੀ ਜਿਹੀ ਜ਼ਮੀਨ ਹੈ। ਵਪਾਰੀਓ, ਤੁਹਾਨੂੰ ਦਾਗਿਸਤਾਨ 'ਚ ਵਪਾਰ ਕਰਨ ਦਾ ਮੌਕਾ ਨਹੀਂ ਮਿਲਿਆ। ਇਨਕਲਾਬ ਨੇ ਕਿਹਾ, ਬਾਜ਼ਾਰ ਬੰਦ ਹੈ। ਲਹੂ 'ਚ ਭਿੱਜੇ ਝਾੜੂ ਨਾਲ ਉਹਨੇ ਪਹਾੜੀ ਧਰਤੀ ਤੋਂ ਸਾਰਾ ਕੂੜਾ ਕਰਕਟ ਸਾਫ਼ ਕਰ ਦਿੱਤਾ ਹੈ। ਹੁਣ ਤਾਂ ਦਾਗਿਸਤਾਨ ਦੇ ਅਖੌਤੀ ਰਾਖਿਆਂ ਤੇ ਬਚਾਉਣ ਵਾਲਿਆਂ ਦੇ ਪਿੰਜਰ ਹੀ ਬਗਾਨੇ ਦੇਸ਼ਾਂ 'ਚ ਭਟਕਦੇ ਫਿਰਦੇ ਹਨ। ਕੁਝ ਸਾਲ ਪਹਿਲਾਂ ਬੈਰੂਤ ਵਿੱਚ ਏਸ਼ੀਆ ਤੇ ਅਫਰੀਕਾ ਦੇ ਲੇਖਕਾਂ ਦੀ ਕਾਨਫਰੰਸ ਹੋਈ। ਮੈਨੂੰ ਵੀ ਇਸ ਕਾਨਫਰੰਸ 'ਚ ਭੇਜਿਆ ਗਿਆ। ਮੈਨੂੰ ਕਾਨਫਰੰਸ ਵਿੱਚ ਹੀ ਨਹੀਂ, ਕਦੇ-ਕਦੇ ਉਹਨਾਂ ਦੂਜੀਆਂ ਥਾਵਾਂ ਤੇ ਵੀ ਬੋਲਣਾ ਪਿਆ ਜਿੱਥੇ ਸਾਨੂੰ ਬੁਲਾਇਆ ਗਿਆ ਸੀ। ਇਹੋ ਜਿਹੀ ਇੱਕ ਸਭਾ 'ਚ ਮੈਂ ਆਪਣੇ ਦਾਗਿਸਤਾਨ, ਆਪਣੇ ਲੋਕਾਂ ਤੇ ਰਸਮ ਰਿਵਾਜ਼ਾਂ ਦੀ ਚਰਚਾ ਕੀਤੀ। ਦਾਗਿਸਤਾਨ ਦੇ ਵੱਖੋ-ਵੱਖ ਕਵੀਆਂ ਦੀਆਂ ਤੇ ਆਪਣੀਆਂ ਕਵਿਤਾਵਾਂ ਵੀ ਸੁਣਾਈਆਂ। ਇਸ ਸਭਾ ਦੇ ਖਤਮ ਹੋਣ ਤੇ ਇੱਕ ਸੁੰਦਰ ਤੇ ਜਵਾਨ ਔਰਤ ਨੇ ਮੈਨੂੰ ਪੌੜੀਆਂ ਦੇ ਕੋਲ ਰੋਕ ਲਿਆ। ਜਨਾਬ ਹਮਜ਼ਾ ਤੋਂ ਮੈਂ ਤੁਹਾਡੇ ਨਾਲ ਕੋਈ ਗੱਲਬਾਤ ਕਰ ਸਕਨੀ ਆ? ਤੁਸੀਂ ਮੈਨੂੰ ਆਪਣਾ ਕੁਝ ਵਕਤ ਦੇ ਸਕਦੇ ਹੋ? ਅਸੀਂ ਸ਼ਾਮ ਦੀ ਚਾਦਰ 'ਚ ਕੁਝ ਲਿਪਟੀਆਂ ਹੋਈਆਂ ਬੈਰੂਤ ਦੀਆਂ ਸੜਕਾਂ ਉੱਤੇ ਤੁਰ ਪਏ। ਦਾਗਿਸਤਾਨ ਦੇ ਬਾਰੇ ਦੱਸੋ, ਮਿਹਰਬਾਨੀ ਕਰਕੇ। ਸਭ ਕੁਝ। ਅਚਾਨਕ ਹੀ ਮੇਰੇ ਨਾਲ ਤੁਰਦੀ ਇਸ ਔਰਤ ਨੇ ਗੁਜ਼ਾਰਿਸ਼ ਕੀਤੀ। ਮੈਂ ਤਾਂ ਪੂਰੇ 1 ਘੰਟੇ ਤੋਂ ਇਹੀ ਦੱਸਦਾ ਰਿਹਾ। ਹੋਰ ਦੱਸੋ, ਹੋਰ ਦੱਸੋ। ਤੁਹਾਡੀ ਜ਼ਿਆਦਾ ਦਿਲਚਸਪੀ ਕਿਸ ਚੀਜ਼ 'ਚ? ਹਰ ਚੀਜ਼ 'ਚ, ਦਾਗਿਸਤਾਨ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ 'ਚ। ਮੈਂ ਦੱਸਣਾ ਸ਼ੁਰੂ ਕਰ ਦਿੱਤਾ। ਅਸੀਂ ਇੱਧਰ ਉੱਧਰ ਘੁੰਮਦੇ ਰਹੇ। ਮੇਰਾ ਬਿਆਨ ਖਤਮ ਹੋਣ ਤੋਂ ਪਹਿਲਾਂ ਹੀ ਉਹ ਫਿਰ ਜ਼ੋਰ ਦੇਣ ਲੱਗ ਪੈਂਦੀ। ਹੋਰ ਦੱਸੋ। ਮੈਂ ਦੱਸਦਾ ਰਿਹਾ। ਅਵਾਰ ਭਾਸ਼ਾ 'ਚ ਆਪਣੀਆਂ ਕਵਿਤਾਵਾਂ ਸੁਣਾਓ। ਪਰ ਤੁਸੀਂ ਤਾਂ ਉਹਨਾਂ ਨੂੰ ਸਮਝੋਗੇ ਨਹੀਂ। ਫਿਰ ਵੀ ਸੁਣਾਓ। ਮੈਂ ਕਵਿਤਾਵਾਂ ਸੁਣਾਈਆਂ। ਜਦੋਂ ਕੋਈ ਖੂਬਸੂਰਤ ਤੇ ਜਵਾਨ ਔਰਤ ਕਿਸੇ ਕੰਮ ਲਈ ਗੁਜ਼ਾਰਿਸ਼ ਕਰੇ ਤਾਂ ਅਸੀਂ ਕੀ ਕੁਝ ਨਹੀਂ ਕਰਦੇ। ਫਿਰ ਉਹਦੀ ਆਵਾਜ਼ ਵਿੱਚ ਦਾਗਿਸਤਾਨ ਵਾਸਤੇ ਸੱਚੀ ਦਿਲਚਸਪੀ ਦਾ ਅਹਿਸਾਸ ਹੋ ਰਿਹਾ ਸੀ ਕਿ ਇਨਕਾਰ ਕਰਨਾ ਸੰਭਵ ਨਹੀਂ ਸੀ। ਤੁਸੀਂ ਕੋਈ ਅਵਾਰ ਗਾਣਾ ਨਹੀਂ ਗਾਉਂਦੇ? ਜੀ ਨਹੀਂ, ਮੈਨੂੰ ਗਾਣਾ ਨਹੀਂ ਆਉਂਦਾ। ਅਜੇ ਤਾਂ ਉਹ ਮੈਨੂੰ ਨੱਚਣ ਲਈ ਵੀ ਮਜਬੂਰ ਕਰੇਗੀ। ਜੇ ਤੁਸੀਂ ਕਹੋ ਤਾਂ ਮੈਂ ਗਾਵਾਂ, ਬੜੀ ਮਿਹਰਬਾਨੀ ਹੋਏਗੀ। ਇਸ ਸਮੇਂ ਅਸੀਂ ਸਾਗਰ ਕੰਢੇ ਪਹੁੰਚ ਗਏ ਸਾਂ। ਉੱਜਲ ਚਾਨਣੀ 'ਚ ਸਾਗਰ ਹਰੀ ਜਿਹੀ ਭਾ ਮਾਰਦਾ ਹੋਇਆ ਚਮਕ ਰਿਹਾ ਸੀ। ਤਾਂ ਬਹੁਤ ਦੂਰ ਬੈਰੂਤ ਵਿੱਚ ਇੱਕ ਅਜਨਬੀ ਸੁੰਦਰੀ ਸਮਝ 'ਚ ਨਾ ਆਉਣ ਵਾਲੀ ਬੋਲੀ ਵਿੱਚ ਮੈਨੂੰ ਦਾਗਿਸਤਾਨੀ ਦਾਲਾ ਲਾਈ ਗਾਣਾ ਸੁਣਾਉਣ ਲੱਗੀ। ਪਰ ਜਦੋਂ ਦੂਜਾ ਗਾਣਾ ਗਾਉਣ ਲੱਗੀ ਤਾਂ ਮੈਂ ਸਮਝ ਗਿਆ ਕਿ ਉਹ ਕੁਮਿਕ ਭਾਸ਼ਾ ਵਿੱਚ ਗਾ ਰਹੀ ਹੈ। ਤੁਸੀਂ ਕੁਮਿਕ ਬੋਲੀ ਕਿਵੇਂ ਜਾਣਦੇ ਹੋ? ਮੈਂ ਹੈਰਾਨ ਹੁੰਦਿਆਂ ਪੁੱਛਿਆ। ਬਦਕਿਸਮਤੀ ਨਾਲ ਮੈਂ ਉਹਨੂੰ ਨਹੀਂ ਜਾਣਦੀ। ਪਰ ਇਹ ਗਾਣਾ ਤਾਂ ਮੈਨੂੰ ਮੇਰੇ ਦਾਦਾ ਜੀ ਨੇ ਸਿਖਾਇਆ ਸੀ। ਭਲਾ ਉਹ ਕਦੇ ਦਾਗਿਸਤਾਨ ਗਏ ਸੀ? ਹਾਂ, ਇੱਕ ਤਰ੍ਹਾਂ ਨਾਲ ਗਏ ਹੀ ਸਨ, ਬਹੁਤ ਪਹਿਲਾਂ। ਹਾਂ, ਇਹ ਗੱਲ ਇਹ ਕਿ ਨੂਬੇਕ ਤਾਰਕੋਵਸਕੀ ਮੇਰੇ ਦਾਦਾ ਜੀ ਸਨ। ਕਰਨਲ ਹੁਣ ਕਿੱਥੇ ਨੇ? ਉਹ ਤਹਿਰਾਨ 'ਚ ਰਹਿੰਦੇ ਹਨ। ਇਸ ਸਾਲ ਚੱਲ ਵਸੇ। ਮਰਨ ਵੇਲੇ ਉਹ ਲਗਾਤਾਰ ਮੈਨੂੰ ਇਹੀ ਗਾਣਾ ਗਾਉਣ ਲਈ ਕਹਿੰਦੇ ਰਹੇ। ਕਿਸ ਬਾਰੇ ਗਾਣਾ? ਮੌਸਮੀ ਪਰਿੰਦਿਆਂ ਦੇ ਬਾਰੇ। ਉਹਨਾਂ ਨੇ ਮੈਨੂੰ ਦਾਗਿਸਤਾਨ ਨਾਚ ਵੀ ਸਿਖਾਇਆ ਸੀ। ਵੇਖੋ, ਉਹ ਔਰਤ ਨਵੇਂ ਚੰਨ ਤਾਰੇ ਵਾਂਗ ਚਮਕ ਉੱਠੀ। ਉਹਨੇ ਬੜੀ ਲੋਚ ਨਾਲ ਹੱਥ ਫੈਲਾਏ ਤੇ ਝੀਲ 'ਚ ਤੈਰਨ ਵਾਲੀ ਹੰਸਣੀ ਵਾਂਗ ਗੇੜੇ ਕੱਢਣ ਲੱਗੀ। ਕੁਝ ਦੇਰ ਮਗਰੋਂ ਮੈਂ ਉਹਦੇ ਕੋਲੋਂ ਮੌਸਮੀ ਪਰਿੰਦਿਆਂ ਦੇ ਬਾਰੇ ਮੁੜ ਕੇ ਗਾਣਾ ਸੁਣਨ ਦੀ ਗੁਜ਼ਾਰਿਸ਼ ਕੀਤੀ। ਉਹਨੇ ਮੈਨੂੰ ਗਾਣੇ ਦੇ ਸ਼ਬਦਾਂ ਦਾ ਅਰਥ ਵੀ ਦੱਸਿਆ। ਹੋਟਲ 'ਚ ਵਾਪਸ ਆ ਕੇ ਮੈਂ ਯਾਦਦਾਸ਼ਤ ਦੇ ਆਧਾਰ ਤੇ ਆਵਾਰ ਭਾਸ਼ਾ ਵਿੱਚ ਅਨੁਵਾਦ ਕਰਕੇ ਗਾਣਾ ਲਿਖ ਲਿਆ। ਹਾਂ, ਦਾਗਿਸਤਾਨ 'ਚ ਬਸੰਤ ਆ ਗਈ ਹੈ। ਮੈਂ ਲਗਾਤਾਰ ਇਹ ਸੋਚਦਾ ਰਹਿਣਾ ਕਿ ਪ੍ਰਿੰਸ ਨੂਬੇਕ ਤਾਰਕੋਵਸਕੀ ਦਾ ਮੌਸਮੀ ਪਰਿੰਦਿਆਂ ਦੇ ਬਾਰੇ ਇਸ ਗਾਣੇ ਨਾਲ ਕੀ ਸੰਬੰਧ ਹੋ ਸਕਦਾ ਹੈ। ਤਹਿਰਾਨ 'ਚ ਰਹਿਣ ਵਾਲੇ ਉਸ ਕਰਨਲ ਨੂੰ ਜਿਹੜਾ ਇਨਕਲਾਬੀ ਖੇਤਰ ਤੇ ਦਾਗਿਸਤਾਨ ਦੇ ਬਦਲੇ ਤੋਂ ਬਚ ਕੇ ਭੱਜ ਗਿਆ ਸੀ, ਕਾਹਦੇ ਲਈ ਪਹਾੜਾਂ ਦੇ
ਇਨਕਲਾਬੀ ਲਾਲ ਸੂਰਜ ਦੀ ਯਾਦ ਆਉਂਦੀ ਸੀ। ਉਹਨੂੰ ਕਿਵੇਂ ਮਾਤ ਭੂਮੀ ਤੋਂ ਜੁਦਾਈ ਦੀ ਤੜਪ ਮਹਿਸੂਸ ਹੋ ਸਕਦੀ ਸੀ। ਈਰਾਨ 'ਚ ਰਹਿੰਦਿਆਂ ਹੋਇਆਂ ਸ਼ੁਰੂ 'ਚ ਹੀ ਤਾਰਕੋਵਸਕੀ ਇਹ ਕਹਿੰਦਾ ਰਿਹਾ ਕਿ ਮੇਰੇ ਤੇ ਦਾਗਿਸਤਾਨ ਨਾਲ ਜੋ ਕੁਝ ਹੋਇਆ ਹੈ ਇਹ ਕਿਸਮਤ ਦੀ ਭੁੱਲ ਹੈ ਤੇ ਇਸ ਭੁੱਲ ਨੂੰ ਸੁਧਾਰਨ ਵਾਸਤੇ ਮੈਂ ਉੱਥੇ ਵਾਪਸ ਜਾਵਾਂਗਾ। ਤਾਰਕੋਵਸਕੀ ਤੇ ਉਹਦੇ ਨਾਲ ਹੋਰ ਪ੍ਰਵਾਸੀ ਵੀ ਹਰ ਰੋਜ਼ ਕਾਸਪੀ ਸਾਗਰ ਦੇ ਕੰਢੇ ਤੇ ਜਾਂਦੇ ਹਨ ਤਾਂ ਕਿ ਦਾਗਿਸਤਾਨ ਤੋਂ ਆਉਣ ਵਾਲੀ ਕੋਈ ਖਬਰ ਦਾ ਪਤਾ ਲੱਗ ਸਕੇ। ਪਰ ਉਹਨਾਂ ਨੂੰ ਹਰ ਵਾਰੀ ਇਹ ਵੇਖਣ ਨੂੰ ਮਿਲਦਾ ਹੈ ਕਿ ਕਾਸਪੀ ਸਾਗਰ ਤੋਂ ਆਉਣ ਵਾਲੇ ਜਹਾਜ਼ਾਂ ਦੇ ਮਸਤੂਲਾਂ ਉੱਤੇ ਲਾਲ ਝੰਡੇ ਲਹਿਰਾ ਰਹੇ ਸਨ। ਪਤਝੜ ਉੱਤਰ ਵੱਲੋਂ ਉੱਡ ਕੇ ਆਉਣ ਵਾਲੇ ਪੰਛੀਆਂ ਨੂੰ ਵੇਖ ਕੇ ਮਾਤ ਭੂਮੀ ਦੀ ਯਾਦ ਵਿੱਚ ਹੂਕ ਮਹਿਸੂਸ ਕਰਦਿਆਂ ਹੋਇਆਂ ਉਹਦੀ ਪਤਨੀ ਗੀਤ ਗਾਉਂਦੀ। ਉਹ ਮੌਸਮੀ ਪਰਿੰਦਿਆਂ ਬਾਰੇ ਉਪਰੋਕਤ ਗੀਤ ਗਾਉਂਦੀ ਸੀ। ਸ਼ੁਰੂ 'ਚ ਤਾਂ ਪ੍ਰਿੰਸ ਤਾਰਕੋਵਸਕੀ ਨੂੰ ਇਹ ਗੀਤ ਬਿਲਕੁਲ ਚੰਗਾ ਨਹੀਂ ਲੱਗਦਾ ਸੀ। ਸਾਲ ਬੀਤਦੇ ਗਏ, ਬੱਚੇ ਵੱਡੇ ਹੋ ਗਏ, ਕਰਨਲ ਤਾਰਕੋਵਸਕੀ ਬੁੱਢਾ ਹੋ ਗਿਆ। ਉਹ ਸਮਝ ਗਿਆ ਕਿ ਹੁਣ ਕਦੇ ਵੀ ਉਹ ਦਾਗਿਸਤਾਨ ਵਾਪਸ ਨਹੀਂ ਜਾ ਸਕੇਗਾ। ਉਹਦੀ ਸਮਝ 'ਚ ਇਹ ਗੱਲ ਆ ਗਈ ਕਿ ਦਾਗਿਸਤਾਨ ਦੀ ਕਿਸਮਤ ਦੂਸਰੀ ਹੀ ਹੈ, ਕਿ ਦਾਗਿਸਤਾਨ ਨੇ ਖੁਦ ਹੀ ਆਪਣੇ ਵਾਸਤੇ ਇੱਕੋ ਇੱਕ ਤੇ ਸਹੀ ਰਾਹ ਚੁਣਿਆ। ਫਿਰ ਬੁੱਢਾ ਪ੍ਰਿੰਸ ਵੀ ਪਰਿੰਦਿਆਂ ਦੇ ਬਾਰੇ ਗੀਤ ਗਾਉਣ ਲੱਗ ਪਿਆ। ਪਿਤਾ ਜੀ ਕਹਿੰਦੇ ਹੁੰਦੇ ਸਨ, ਦਾਗਿਸਤਾਨ ਉਹਨਾਂ ਦਾ ਸਾਥ ਨਹੀਂ ਦੇਗਾ ਜਿਨ੍ਹਾਂ ਨੇ ਦਾਗਿਸਤਾਨ ਦਾ ਸਾਥ ਨਹੀਂ ਦਿੱਤਾ। ਅਬੂ ਤਾਲਿਬ ਇਹਦੇ ਨਾਲ ਜੋੜਦਾ ਹੁੰਦਾ ਸੀ, ਜਿਹੜੇ ਬਗਾਨੇ ਘੋੜੇ ਤੇ ਸਵਾਰ ਹੁੰਦਾ ਉਹ ਛੇਤੀ ਡਿੱਗ ਪੈਂਦਾ ਹੈ। ਸਾਡਾ ਖੰਜਰ ਦੂਜੇ ਦੀ ਪੋਸ਼ਾਕ ਨਾਲ ਸ਼ੋਭਾ ਨਹੀਂ ਦਿੰਦਾ। ਸੁਲੇਮਾਨ ਸਤਾਲਸਕੀ ਨੇ ਲਿਖਿਆ, ਮੈਂ ਜ਼ਮੀਨ 'ਚ ਦੱਬੇ ਹੋਏ ਖੰਜਰ ਵਰਗਾ। ਸੋਵੀਅਤ ਸੱਤਾ ਨੇ ਮੈਨੂੰ ਬਾਹਰ ਕੱਢਿਆ, ਮੇਰਾ ਜੰਗਾਲ ਸਾਫ਼ ਕਰ ਦਿੱਤਾ ਤੇ ਮੈਂ ਚਮਕ ਉੱਠਿਆ। ਪਿਤਾ ਜੀ ਵੀ ਇਹੀ ਕਹਿੰਦੇ ਹੁੰਦੇ ਸੀ। ਅਸੀਂ ਬੇਸ਼ੱਕ ਹਮੇਸ਼ਾ ਹੀ ਪਹਾੜੀ ਲੋਕ ਸਾਂ, ਪਰ ਪਹਾੜ ਦੀ ਚੋਟੀ ਉੱਤੇ ਸਿਰਫ ਹੁਣ ਹੀ ਚੜ੍ਹੇ ਹਾਂ। ਤੇ ਅਬੂ ਤਾਲਿਬ ਕਹਿੰਦਾ ਹੁੰਦਾ ਸੀ, ਦਾਗਿਸਤਾਨ ਭੋਰੇ 'ਚੋਂ ਬਾਹਰ ਨਿਕਲ ਆ। ਪੰਗੂੜਾ ਝੁਲਾਉਂਦਿਆਂ ਹੋਇਆ ਮੇਰੇ ਮਾਤਾ ਜੀ ਗਾਉਂਦੇ ਹੁੰਦੇ ਸੀ, ਬੜੇ ਚੈਨ ਨਾਲ ਸੌਂ ਜਾ ਪੁੱਤਰਾ, ਸ਼ਾਂਤੀ 'ਚ ਪਹਾੜਾਂ ਆਈ, ਕਿਤੇ ਗੋਲੀਆਂ ਦੀਆਂ ਆਵਾਜ਼ਾਂ ਦੇਂਦੀਆਂ ਨਹੀਂ ਸੁਣਾਈ। ਫਰਵਰੀ ਦਾ ਮਹੀਨਾ ਸਭ ਤੋਂ ਛੋਟਾ ਪਰ ਕਿੰਨਾ ਮਹੱਤਵਪੂਰਨ ਹੈ। ਅਬੂ ਤਾਲਿਬ ਦਾ ਹੀ ਕਹਿਣਾ ਕਿ ਫਰਵਰੀ 'ਚ ਜ਼ਾਰ ਦਾ ਤਖਤਾ ਪਲਟਿਆ ਗਿਆ, ਫਰਵਰੀ 'ਚ ਲਾਲ ਫੌਜ ਬਣੀ, ਫਰਵਰੀ 'ਚ ਲੈਨਿਨ ਪਹਾੜੀ ਲੋਕਾਂ ਦੇ ਵਫਦ ਨੂੰ ਮਿਲੇ। ਇਸ ਸਮੇਂ ਦੂਰ ਦੁਰਾਡੇ ਰਗੂਜਾ ਪਿੰਡ ਵਿੱਚ ਤ੍ਰੀਮਤਾ ਨੇ ਲੈਨਿਨ ਦੇ ਬਾਰੇ ਇੱਕ ਗੀਤ ਰਚਿਆ। ਤੂੰ ਹੀ ਸਭ ਤੋਂ ਪਹਿਲਾਂ ਆ ਕੇ ਸਾਨੂੰ ਕਿਹਾ ਇਨਸਾਨ, ਦਿੱਤਾ ਸਭ ਤੋਂ ਪਹਿਲਾਂ ਤੂੰ ਫਤਿਹ ਦਾ ਨਿਸ਼ਾਨ। ਸੋਹਣੇ ਕਾਬ ਦੀ ਚੀਖ ਜਿਸ ਤਰ੍ਹਾਂ ਉੱਡ ਜਾਂਦੇ ਕਲਹੰਸ ਕਿਤੇ, ਉਦੈ ਲੈਨਨੀ ਸੂਰਜ ਹੋਇਆ, ਕਾਲੀ ਰਾਤ ਨਾ ਰਹੀ ਕਿਤੇ। ਸਾਡੇ ਛੋਟੇ ਜਿਹੇ ਜਨਗਣ ਦੀ ਵੱਡੀ ਕਿਸਮਤ ਹੈ। ਦਾਗਿਸਤਾਨ ਦੇ ਪੰਛੀ ਗਾਉਂਦੇ ਹਨ, ਇਨਕਲਾਬ ਦੇ ਸਪੁੱਤਰਾਂ ਦੇ ਸ਼ਬਦ ਗੂੰਜਦੇ ਹਨ, ਬੱਚੇ ਉਹਨਾਂ ਦੀ ਚਰਚਾ ਕਰਦੇ ਹਨ, ਉਹਨਾਂ ਦੀਆਂ ਕਬਰਾਂ ਦੇ ਪੱਥਰਾਂ ਉੱਤੇ ਉਹਨਾਂ ਦੇ ਨਾਂ ਉਕਰੇ ਹੋਏ ਹਨ, ਪਰ ਕੁਝ ਸੂਰਮਿਆਂ ਦੀਆਂ ਕਬਰਾਂ ਅਗਿਆਤ ਹਨ। ਸ਼ਾਂਤ ਰਾਤ 'ਚ ਮੈਨੂੰ ਦਾਗਿਸਤਾਨ ਦੀਆਂ ਸੜਕਾਂ ਉੱਤੇ ਘੁੰਮਣਾ ਚੰਗਾ ਲੱਗਦਾ ਹੈ। ਜਦੋਂ ਮੈਂ ਸੜਕਾਂ ਤੋਂ ਨਾਂ ਪੜ੍ਹਦਾ ਤਾਂ ਮੈਨੂੰ ਇੰਝ ਪ੍ਰਤੀਤ ਹੁੰਦਾ ਹੈ ਕਿ ਮੁੜ ਕੇ ਸਾਡੇ ਜਨਤੰਤਰ ਦੀ ਇਨਕਲਾਬੀ ਕਮੇਟੀ ਦੀ ਮੀਟਿੰਗ ਹੋ ਰਹੀ ਹੈ। ਮਖਾਚ ਦਾਖਾ ਦਾਏਵ ਮੈਨੂੰ ਉਹਦੀ ਆਵਾਜ਼ ਸੁਣਦੀ ਹੈ। ਅਸੀਂ ਇਨਕਲਾਬ ਦੇ ਮੁਜ਼ਾਹਦ ਹਾਂ, ਸਾਡੀਆਂ ਬੋਲੀਆਂ, ਸਾਡੇ ਨਾਂ ਤੇ ਰੌ ਵੱਖਰੇ ਵੱਖ ਨੇ, ਪਰ ਇੱਕ ਚੀਜ਼ ਸਾਡੇ ਸਭ ਨੂੰ ਇੱਕੋ ਜਿਹੀ ਹੈ, ਇਨਕਲਾਬ ਤੇ ਦਾਗਿਸਤਾਨ ਲਈ ਵਫਾਦਾਰੀ। ਇਨਕਲਾਬ ਤੇ ਦਾਗਿਸਤਾਨ ਲਈ ਸਾਡੇ ਵਿੱਚੋਂ ਕੋਈ ਵੀ ਨਾ ਤਾਂ ਆਪਣਾ ਲਹੂ ਡੋਲਣ ਤੇ ਨਾ ਹੀ ਜਾਨ ਕੁਰਬਾਨ ਕਰਨ ਤੋਂ ਝਿਜਕੇਗਾ। ਪ੍ਰਿੰਸ ਤਾਰਕੋਵਸਕੀ ਦੇ ਦਸਤੇ ਤੇ ਬਦਮਾਸ਼ਾਂ ਨੇ ਮਖਾਚ ਨੂੰ ਕਤਲ ਕਰ ਦਿੱਤਾ ਸੀ। ਉਲੂਬੀ ਬੁਈ ਨਾਸਕੀ ਮੈਨੂੰ ਉਹਦੀ ਆਵਾਜ਼ ਸੁਣ ਰਹੀ ਹੈ, ਦੁਸ਼ਮਣ ਮੈਨੂੰ ਮਾਰ ਸੁੱਟਣਗੇ, ਉਹ ਮੇਰੇ ਦੋਸਤ ਨੂੰ ਵੀ ਕਤਲ ਕਰ ਦੇਣਗੇ, ਪਰ ਇੱਕ ਮੁੱਕੇ ਦੀ ਸ਼ਕਲ 'ਚ ਵੱਜੀਆਂ ਹੋਈਆਂ ਸਾਡੀਆਂ ਉਂਗਲੀਆਂ ਨੂੰ ਕੋਈ ਵੀ ਵੱਖ ਨਹੀਂ ਕਰ ਸਕੇਗਾ। ਇਹ ਮੁੱਕਾ ਭਾਰੀ ਤੇ ਭਰੋਸੇ ਦਾ ਹੈ, ਕਿਉਂਕਿ ਦਾਗਿਸਤਾਨ ਦੇ ਦੁੱਖਾਂ ਦਰਦਾਂ ਤੇ ਇਨਕਲਾਬ ਦੇ ਵਿਚਾਰਾਂ ਨੇ ਉਹਨੂੰ ਮੁੱਕੇ ਦਾ ਰੂਪ ਦਿੱਤਾ ਹੈ। ਉਹ ਦਮਨਕਾਰੀਆਂ ਦੀ ਸ਼ਾਮਤ ਲਿਆ ਦੇਗਾ, ਇਹ ਪਤਾ ਹੋਣਾ ਚਾਹੀਦਾ ਹੈ। ਦੇਨੀਕਨ ਦੇ ਫੌਜੀਆਂ ਨੇ ਦਾਗਿਸਤਾਨ ਦੇ ਜਵਾਨ ਕੈਮਿਨਿਸਟ 28 ਵਰਿਆਂ ਦੇ ਉਲੂਬੀ ਨੂੰ ਕਤਲ ਕਰ ਦਿੱਤਾ। ਉਹਨਾਂ ਉਹਨੂੰ ਰੇਗਿਸਤਾਨ 'ਚ ਮਾਰਿਆ ਸੀ, ਹੁਣ ਉੱਥੇ ਪੋਸਤ ਦੇ ਫੁੱਲ ਖਿੜਦੇ ਹਨ। ਮੈਨੂੰ ਉਸਕਾਰ ਲੇਸ਼ਚਿੰਸਕੀ, ਕਾਜ਼ੀ ਮੁਹੰਮਦ ਅਗਾਸੀਏਵ, ਹਾरून ਸਈਦੇਵ, ਅਲੀ ਬੇਗ ਬਗਾਤੀਰੋਵ, ਸਫਾਰ ਦੁਦਰੋਵ, ਸੁਲਤਾਨ ਸੈयद ਕਜ਼ਬੇਕੋ, ਪਿਓ ਪੁੱਤਰ ਬਾਤਰ ਮੁਰਜ਼ਾਏਵ ਤੇ ਉਮਰਾਵ ਚੌਕਸਕੀ ਦੀਆਂ ਆਵਾਜ਼ਾਂ ਵੀ ਸੁਣਦੀਆਂ ਸਨ। ਬਹੁਤ ਵੱਡੀ ਗਿਣਤੀ ਹੈ ਉਹਨਾਂ ਦੀ ਜਿਨ੍ਹਾਂ ਨੂੰ ਕਤਲ ਕੀਤਾ ਗਿਆ, ਪਰ ਹਰ ਨਾਂ ਜਵਾਲਾ ਹੈ, ਚਮਕਦਾ ਸਿਤਾਰਾ ਤੇ ਗੀਤ ਹੈ। ਉਹ ਸਾਰੇ ਸੂਰਮੇ ਹਨ ਜਿਹੜੇ ਚਿਰਾਂ ਤੱਕ ਨੌਜਵਾਨ ਬਣੇ ਰਹਿਣਗੇ। ਉਹ ਸਾਡੇ ਦਾਗਿਸਤਾਨ ਦੇ ਚਾਪਈਏ ਸ਼ੋਰਸ ਤੇ ਮਿਆਨ ਹਨ। ਆਖਤੀ ਆਇਆ ਕਾਕਾ ਦੇ ਦਰਰੇ, ਕਾਸੂਮ ਕੈਂਟ ਦੇ ਝਰਨੇ, ਖੂੰਜੇ ਕਿਲੇ ਦੇ ਦੀਵਾਰ ਦੇ ਪਿੱਛੇ ਸਾੜ ਦਿੱਤੇ ਗਏ।
ਹਾਦਸਾ ਵਿਅਰਤ ਅਤੇ ਪ੍ਰਾਚੀਨ ਦੇਰਬੇਂਦ ਵਿੱਚ ਉਹਨਾਂ ਦੀਆਂ ਜਾਨਾਂ ਗਈਆਂ। ਆਰਾਕਾਨ ਦਰੇ 'ਚ ਇੱਕ ਵੀ ਅਜਿਹਾ ਪੱਥਰ ਨਹੀਂ ਜਿਹੜਾ ਦਾਗਿਸਤਾਨ ਦੇ ਕਮਿਸਾਰਾਂ ਦੇ ਲਹੂ ਨਾਲ ਲੱਥਪੱਥ ਨਾ ਹੋਇਆ ਹੋਵੇ। ਮੋਚੋਖ ਪਰਬਤਮਾਲਾ ਵਿੱਚ ਹੀ ਬਗਾਤੀ ਰੋਗ ਨੂੰ ਫਸਾਉਣ ਵਾਸਤੇ ਫੌਜੀ ਫੰਦੇ ਦਾ ਇੰਤਜ਼ਾਮ ਕੀਤਾ ਗਿਆ ਸੀ। ਤੈਮੀਰ ਖਾਨ, ਸ਼ੂਰਾ, ਪੋਰਟ ਪੇਤਰੋਵਸਕ ਤੇ ਚਾਰਾ ਕੁਇਸੂ ਨਦੀਆਂ ਨੇ ਵੀ ਜਿੱਥੇ ਹੁਣ ਸ਼ਹੀਦਾਂ ਦੀ ਯਾਦ 'ਚ ਫੁੱਲ ਸੁੱਟੇ ਜਾਂਦੇ ਲਹੂ ਵਹਿੰਦਾ ਵੇਖਿਆ ਸੀ। 1 ਲੱਖ ਦਾਗਿਸਤਾਨੀ ਕਮਿਊਨਿਸਟ ਤੇ ਪਾਰਟੀ ਜਾਨ ਜਾਂ ਛਾਪਾ ਮਾਰਨ ਖੇਤਰ 'ਚ ਜੂਝ ਮਰੇ, ਪਰ ਦੂਜੇ ਜਨਗਣਾਂ ਨੂੰ ਦਾਗਿਸਤਾਨ ਦੇ ਬਾਰੇ ਪਤਾ ਲੱਗ ਗਿਆ। ਲੱਖਾਂ ਹੀ ਲੋਕਾਂ ਦੇ ਲਾਲ ਦਾਗਿਸਤਾਨੀ ਵੱਲੋਂ ਦੋਸਤੀ ਦੇ ਹੱਥ ਵਧਾਏ। ਇਹਨਾਂ ਦੋਸਤੀ ਭਰੇ ਹੱਥਾਂ ਦਾ ਨਿੱਘ ਮਹਿਸੂਸ ਕਰਕੇ ਦਾਗਿਸਤਾਨ ਦੇ ਲੋਕਾਂ ਨੇ ਕਿਹਾ, ਹੁਣ ਸਾਡੀ ਗਿਣਤੀ ਘਟ ਨਹੀਂ ਰਹੀ। ਜੰਗ ਵਿੱਚ ਲੋਕਾਂ ਦਾ ਜਨਮ ਨਹੀਂ ਹੁੰਦਾ, ਪਰ ਇਨਕਲਾਬੀ ਲੜਾਈਆਂ ਦੀ ਅੱਗ ਵਿੱਚ ਨਵੇਂ ਦਾਗਿਸਤਾਨ ਦਾ ਜਨਮ ਹੋਇਆ। 13 ਨਵੰਬਰ 1920 ਨੂੰ ਦਾਗਿਸਤਾਨ ਦੇ ਜਨਗਣ ਦੀ ਪਹਿਲੀ ਅਸਾਧਾਰਨ ਕਾਂਗਰਸ ਹੋਈ। ਇਸ ਕਾਂਗਰਸ 'ਚ ਰੂਸੀ ਸੰਘ ਦੀ ਸਰਕਾਰ ਵੱਲੋਂ ਸਟਾਲਿਨ ਨੇ ਭਾਸ਼ਣ ਦਿੱਤਾ। ਉਹਨਾਂ ਨੇ ਪਰਬਤੀ ਦੇਸ਼ ਦਾਗਿਸਤਾਨ ਨੂੰ ਖੁਦ ਮੁਖਤਿਆਰ ਐਲਾਨ ਦਿੱਤਾ। ਨਵਾਂ ਨਾਂ, ਨਵਾਂ ਰਾਹ, ਨਵੀਂ ਕਿਸਮਤ। ਛੇਤੀ ਮਗਰੋਂ ਦਾਗਿਸਤਾਨ ਦੇ ਜਨਗਣ ਨੂੰ ਇੱਕ ਤੋਹਫਾ ਮਿਲਿਆ। ਲੈਨਿਨ ਨੇ ਲਾਲ ਦਾਗਿਸਤਾਨ ਵਾਸਤੇ ਇਹ ਸ਼ਬਦ ਲਿਖ ਕੇ ਆਪਣੀ ਤਸਵੀਰ ਭੇਜੀ। ਕੁਬਾਚੀ ਦੇ ਸੁਨਿਆਰਿਆਂ ਤੇ ਉਨਸੁਕੂਲ ਦੇ ਲੱਕੜੀ ਉੱਤੇ ਇੱਕ ਨਕਾਸ਼ੀ ਕਰਨ ਵਾਲਿਆਂ ਨੇ ਇਸ ਤਸਵੀਰ ਵਾਸਤੇ ਅਨੋਖਾ ਚੌਖਟਾ ਬਣਾਇਆ। ਇਸੇ ਸਾਲ ਮਖਾਜ ਕਲਾ ਦੀ ਬੰਦਰਗਾਹ ਤੋਂ ਲਾਲ ਦਾਗਿਸਤਾਨ ਨਾਂ ਦਾ ਇੱਕ ਨਵਾਂ ਜਹਾਜ਼ ਪਾਣੀ 'ਚ ਉਤਰਿਆ, ਪਰ ਖੁਦ ਦਾਗਿਸਤਾਨ ਦੀ ਹੁਣ ਇੱਕ ਅਜਿਹੇ ਸ਼ਕਤੀਸ਼ਾਲੀ ਜਹਾਜ਼ ਵਰਗਾ ਸੀ ਜਿਹੜਾ ਬਹੁਤ ਲੰਮੇ ਤੇ ਨਵੇਂ ਸਫ਼ਰ ਉੱਤੇ ਰਵਾਨਾ ਹੋਇਆ ਸੀ। ਸਰਗੀ ਦਾ ਤਾਰਾ ਦਾਗਿਸਤਾਨ ਦੇ ਪਹਿਲੇ ਰਸਾਲੇ ਨੂੰ ਇਹੀ ਨਾਂ ਦਿੱਤਾ ਗਿਆ ਸੀ। ਦਾਗਿਸਤਾਨ 'ਚ ਸੁਬਹ ਹੋ ਗਈ ਸੀ। ਵਿਸ਼ਾਲ ਸੰਸਾਰ ਵੱਲ ਖਿੜਕੀ ਖੁੱਲ ਗਈ ਸੀ। ਘਰੇਲੂ ਜੰਗ ਦੇ ਮੁਸ਼ਕਲਾਂ ਭਰੇ ਦਿਨਾਂ 'ਚ ਜਦੋਂ ਪਹਾੜਾਂ 'ਚ ਗੋਤਸਿੰਸਕੀ ਦੇ ਫੌਜੀ ਦਸਤਿਆਂ ਦਾ ਬੋਲਬਾਲਾ ਸੀ, ਮੇਰੇ ਪਿਤਾ ਜੀ ਨੂੰ ਸਕੂਲ ਦੇ ਆਪਣੇ ਇੱਕ ਜਮਾਤੀ ਦੀ ਚਿੱਠੀ ਮਿਲੀ। ਇਸ ਚਿੱਠੀ 'ਚ ਉਹਨਾਂ ਦੇ ਸਾਬਕਾ ਜਮਾਤੀ ਨੇ ਗੋਤਸਿੰਸਕੀ ਤੇ ਉਹਦੀਆਂ ਫੌਜਾਂ ਦੀ ਚਰਚਾ ਕੀਤੀ। ਚਿੱਠੀ ਦੇ ਅਖੀਰ 'ਚ ਲਿਖਿਆ ਸੀ, ਇਮਾਮ ਨਜ਼ੂਮੁਦੀਨ ਤੇਰੇ ਤੇ ਨਾਖੁਸ਼ ਹੈ। ਮੈਨੂੰ ਲੱਗਾ ਸੀ ਵੀ ਉਹਦੀ ਡਾਢੀ ਇੱਛਾ ਸੀ ਵੀ ਤੂੰ ਪਹਾੜੀ ਗਰੀਬਾਂ ਨੂੰ ਸੰਬੋਧਿਤ ਕਰਦਿਆਂ ਹੋਇਆਂ ਕਵਿਤਾਵਾਂ ਲਿਖੇ ਜਿਨ੍ਹਾਂ 'ਚ ਇਮਾਮ ਬਾਰੇ ਸੱਚਾਈ ਦੱਸੀ ਹੋਵੇ। ਮੈਂ ਤੇਰੇ ਨਾਲ ਤਾਲਮੇਲ ਕਰਨ ਦੀ ਜ਼ਿੰਮੇਵਾਰੀ ਲਈ ਹੈ ਤੇ ਉਹਨੂੰ ਇਹ ਕਾਲ ਦਿੱਤਾ ਹੈ ਕਿ ਤੂੰ ਇੰਜ ਕਰ ਦੇਂਗਾ। ਤੈਨੂੰ ਆਪਣੀ ਬੇਨਤੀ ਤੇ ਇਮਾਮ ਦੀ ਇੱਛਾ ਪੂਰੀ ਕਰਨ ਦੀ ਗੁਜ਼ਾਰਿਸ਼ ਕਰਨਾ। ਨਜ਼ਮੁਦੀਨ ਨੂੰ ਤੇਰੇ ਜਵਾਬ ਦਾ ਇੰਤਜ਼ਾਰ ਹੈ। ਪਿਤਾ ਜੀ ਨੇ ਉੱਤਰ ਦਿੱਤਾ, ਜੇ ਤੂੰ ਆਪਣੇ ਉੱਤੇ ਇਹੋ ਜਿਹੀ ਜ਼ਿੰਮੇਵਾਰੀ ਲਈ ਹੈ ਤਾਂ ਤੂੰ ਨਜ਼ਮੁਦੀਨ ਦੇ ਬਾਰੇ ਕਵਿਤਾ ਲਿਖ। ਜਿੱਥੋਂ ਤੱਕ ਮੇਰਾ ਸਬੰਧ ਹੈ, ਉਹਦੀ ਪਣਚੱਕੀ ਨੂੰ ਚਲਾਉਣ ਲਈ ਪਾਣੀ ਪਹੁੰਚਾਉਣ ਦਾ ਮੇਰਾ ਕੋਈ ਇਰਾਦਾ ਨਹੀਂ। ਵਾਸਲਾਮ ਵਾਕਲਾਮ। ਇਸ ਵੇਲੇ ਬਾਲਸ਼ਵਿਕ ਮੁਹੰਮਦ ਮਿਰਜ਼ਾ ਖਿਜ਼ਰੋਵ ਨੇ ਪਿਤਾ ਜੀ ਨੂੰ ਤੈਮੀਰ ਖਾਨ ਸੂਰਾ ਤੋਂ ਨਿਕਲਣ ਵਾਲੇ ਲਾਲ ਪਰਬਤ ਅਖਬਾਰ ਦੇ ਨਾਲ ਸਹਿਯੋਗ ਕਰਨ ਲਈ ਬੁਲਾਇਆ। ਇਸੇ ਸਮਾਚਾਰ ਪੱਤਰ 'ਚ ਪਿਤਾ ਜੀ ਦੀ ਕਵਿਤਾ ਪਹਾੜੀ ਗਰੀਬਾਂ ਨੂੰ ਅਪੀਲ ਛਪੀ। ਪਿਤਾ ਜੀ ਨਵੇਂ ਦਾਗਿਸਤਾਨ ਦੇ ਬਾਰੇ ਲਿਖਦੇ ਰਹੇ, ਲਾਲ ਪਰਬਤ ਅਖਬਾਰ 'ਚ ਕੰਮ ਕਰਦੇ ਰਹੇ। ਵਕਤ ਬੀਤਿਆ, ਮੁਹੰਮਦ ਮਿਰਜ਼ਾ ਖਿਜ਼ਰੋਵ ਦੇ ਘਰ ਧੀ ਦਾ ਜਨਮ ਹੋਇਆ। ਪਿਤਾ ਜੀ ਨੂੰ ਬੱਚੀ ਦਾ ਨਾਂ ਰੱਖਣ ਲਈ ਬੁਲਾਇਆ ਗਿਆ। ਬੱਚੀ ਨੂੰ ਹੱਥਾਂ 'ਚੋਂ ਤਾਂਹ ਚੁੱਕ ਕੇ ਪਿਤਾ ਜੀ ਨੇ ਉਹਦਾ ਨਾਂ ਦਾ ਐਲਾਨ ਕੀਤਾ, ਜਾਗਰਾ। ਜਾਗਰਾ ਦਾ ਅਰਥ ਹੈ ਸਿਤਾਰਾ। ਨਵੇਂ ਸਿਤਾਰਿਆਂ ਦਾ ਜਨਮ ਹੋਇਆ। ਰਣ ਖੇਤਰ 'ਚ ਜੂਝ ਮਰਨ ਵਾਲੇ ਸੂਰਮਿਆਂ ਦੇ ਨਾਮ ਵਾਲੇ ਬੱਚੇ ਵੱਡੇ ਹੋ ਰਹੇ ਸਨ। ਪੂਰਾ ਦਾਗਿਸਤਾਨ ਇੱਕ ਬਹੁਤ ਵੱਡੇ ਪੰਘੂੜੇ ਜਿਹਾ ਬਣ ਗਿਆ ਸੀ। ਕਾਸਪੀ ਸਾਗਰ ਦੀਆਂ ਲਹਿਰਾਂ ਉਹਦੇ ਵਾਸਤੇ ਲੋਰੀ ਗਾਉਂਦੀਆਂ ਸਨ। ਵਿਰਾਟ ਸੋਵੀਅਤ ਯੂਨੀਅਨ ਜਿਵੇਂ ਬੱਚੇ ਜਿਹੇ ਦਾਗਿਸਤਾਨ ਦੀ ਚਿੰਤਾ ਕਰਨ ਲਈ ਉਹਦੇ ਉੱਤੇ ਝੁੱਕ ਗਿਆ। ਮੇਰੇ ਮਾਤਾ ਜੀ ਉਸ ਸਮੇਂ ਅਬਾਬੀਲਾਂ, ਪੱਥਰ ਹੇਠੋਂ ਉੱਗਣ ਵਾਲੇ ਘਾਵਾਂ, ਖੁਸ਼ਹਾਲ ਪਤਝੜ ਦੇ ਬਾਰੇ ਗੀਤ ਗਾਉਂਦੇ ਹੁੰਦੇ ਸਨ। ਬਿਨਾਂ ਇਹਨਾਂ ਲੋਰੀਆਂ ਦੇ ਸਾਏ 'ਚ ਸਾਡੇ ਘਰ 'ਚ 3 ਪੁੱਤਰ ਤੇ 1 ਧੀ ਵੱਡੀ ਹੋ ਰਹੀ ਸੀ। ਦਾਗਿਸਤਾਨ 'ਚ ਮੁੜ ਕੇ 1 ਲੱਖ ਪੁੱਤਰ ਧੀਆਂ ਵੱਡੇ ਹੋ ਗਏ। ਹਾਲੀ ਪਾਲੀ ਮਾਲੀ ਮਛੇਰੇ ਬੁੱਤ ਰਾਸ਼ਟ ਪੱਚੀਕਾਰ ਖੇਤੀਮਾਰ ਡਾਕਟਰ ਅਧਿਆਪਕ ਇੰਜੀਨੀਅਰ ਕਵੀ ਤੇ ਕਲਾਕਾਰ ਜਵਾਨ ਹੋ ਗਏ। ਜਹਾਜ਼ ਠਿੱਲ ਪਏ। ਹਵਾਈ ਜਹਾਜ਼ ਉਡਾਰੀਆਂ ਭਰਨ ਲੱਗੇ। ਹੁਣ ਤੱਕ ਅਣਵੇਖੀਆਂ ਅਣਜਾਣੀਆਂ ਬੱਤੀਆਂ ਜਗਮਗਾ ਉੱਠੀਆਂ। ਹੁਣ ਮੈਂ ਬਹੁਤ ਵੱਡੀ ਦੌਲਤ ਦਾ ਮਾਲਕ ਬਣ ਗਿਆ, ਸੁਲੇਮਾਨ ਸਤਾਲਸਕੀ ਨੇ ਕਿਹਾ। ਹੁਣ ਮੈਂ ਸਿਰਫ ਆਪਣੇ ਪਿੰਡ ਲਈ ਨਹੀਂ ਸਗੋਂ ਪੂਰੇ ਦੇਸ਼ ਲਈ ਜਵਾਬ ਦੇਆਂ, ਮੇਰੇ ਪਿਤਾ ਜੀ ਕਹਿ ਉੱਠੇ। ਮੇਰੇ ਗੀਤੋ ਕ੍ਰੈਮਲਿਨ ਨੂੰ ਉੱਡ ਜਾਓ, ਅਬੂ ਤਾਲਿਬ ਨੇ ਉਤਸ਼ਾਹ ਨਾਲ ਕਿਹਾ। ਨਵੀਆਂ ਪੀੜ੍ਹੀਆਂ ਨੇ ਸਾਡੀ ਜਨਤਾ ਲਈ ਨਵੇਂ ਲੱਛਣ ਪ੍ਰਦਾਨ ਕੀਤੇ। ਸੋਵੀਅਤ ਦਾ ਮਹਾਨ ਦੇਸ਼ ਇੱਕ ਬਹੁਤ ਸ਼ਕਤੀਸ਼ਾਲੀ ਰੁੱਖ ਹੈ। ਦਾਗਿਸਤਾਨ ਉਹਦੀ ਇੱਕ ਟਹਿਣੀ ਹੈ। ਇਸ ਰੁੱਖ ਨੂੰ ਜੜੋਂ ਪੁੱਟਣ ਲਈ, ਇਹਦੇ ਤਣੇ ਤੇ ਟਾਹਣੀਆਂ ਨੂੰ ਸਾੜ ਸੁੱਟਣ ਲਈ
ਫਾਸਿਸਟਾਂ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ। ਉਸ ਦਿਨ ਜੀਵਨ ਆਪਣੇ ਆਮ ਢੰਗ ਨਾਲ ਚੱਲਣ ਵਾਲਾ ਸੀ। ਖੰਜੂ 'ਚ ਐਤਵਾਰ ਦੇ ਦਿਨ ਹੀ ਮੰਡੀ ਲੱਗੀ ਹੋਈ ਸੀ। ਕਿਲੇ 'ਚ ਖੇਤੀ ਖੇਤਰ ਦੀਆਂ ਪ੍ਰਾਪਤੀਆਂ ਦੀ ਨੁਮਾਇਸ਼ ਲੱਗੀ ਸੀ। ਗੱਭਰੂਆਂ ਦਾ ਜੱਥਾ ਸੇਦੋ ਪਹਾੜ ਦੀ ਚੋਟੀ ਉੱਤੇ ਫਤਿਹ ਹਾਸਲ ਕਰਨ ਗਿਆ ਹੋਇਆ ਸੀ। ਅਵਾਰ ਥੀਏਟਰ ਮੇਰੇ ਪਿਤਾ ਜੀ ਦਾ ਨਾਟਕ ਮੁਸੀਬਤਾਂ ਨਾਲ ਭਰਿਆ ਹੋਇਆ ਸੰਦੂਕ ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਸੀ। ਉਸ ਸ਼ਾਮ ਉਹਦੀ ਪਹਿਲੀ ਪੇਸ਼ਕਾਰੀ ਹੋਣ ਵਾਲੀ ਸੀ, ਪਰ ਸਵੇਰ ਵੇਲੇ ਮੁਸੀਬਤਾਂ ਦਾ ਅਜਿਹਾ ਸੰਦੂਕ ਖੁੱਲਿਆ ਕਿ ਬਾਕੀ ਸਭ ਮੁਸੀਬਤਾਂ ਭੁੱਲ ਜਾਣੀਆਂ ਪਈਆਂ। ਸਵੇਰੇ ਯੁੱਧ ਆਰੰਭ ਹੋ ਗਿਆ। ਉਸੇ ਵੇਲੇ ਵੱਖ-ਵੱਖ ਪਿੰਡਾਂ ਤੋਂ ਆਉਣ ਵਾਲੇ ਮਰਦਾਂ ਤੇ ਗੱਭਰੂਆਂ ਦਾ ਤਾਂਤਾ ਵੱਜ ਗਿਆ। ਇੱਕ ਦਿਨ ਪਹਿਲੋਂ ਤੱਕ ਇਹ ਲੋਕ ਸ਼ਾਂਤੀ ਭਰਿਆ ਜੀਵਨ ਬਿਤਾਉਣ ਵਾਲੇ ਆਜੜੀ, ਚਰਵਾਹੇ ਤੇ ਹਾਲੀ ਸਨ ਤੇ ਹੁਣ ਮਾਤ ਭੂਮੀ ਦੇ ਰਖਵਾਲੇ। ਦਾਗਿਸਤਾਨ ਦੇ ਸਾਰੇ ਪਿੰਡਾਂ ਦੇ ਘਰਾਂ ਦੀਆਂ ਛੱਤਾਂ ਉੱਤੇ ਬੁੱਢੀਆਂ, ਬੱਚੇ ਤੇ ਔਰਤਾਂ ਖਲੋਤੀਆਂ ਤੇ ਚਿਰ ਤੱਕ ਮੋਰਚੇ ਤੇ ਜਾਣ ਵਾਲੇ ਇਹਨਾਂ ਲੋਕਾਂ ਨੂੰ ਵੇਖਦੀਆਂ ਰਹੀਆਂ। ਇਹ ਬਹੁਤ ਸਮੇਂ ਲਈ ਤੇ ਕੁਝ ਤਾਂ ਸਦਾ ਲਈ ਆਪਣੇ ਘਰਾਂ ਤੋਂ ਚਲੇ ਗਏ ਸਨ। ਬਸ ਇਹੀ ਸੁਣਨ ਨੂੰ ਮਿਲਦਾ ਸੀ, ਅਲਵਿਦਾ ਮਾਂ, ਖੁਸ਼ ਰਹੋ ਪਿਤਾ ਜੀ, ਅਲਵਿਦਾ ਦਾਗਿਸਤਾਨ, ਤੁਹਾਨੂੰ ਸਫ਼ਰ ਮੁਬਾਰਕ ਬੱਚਿਓ, ਫਤਿਹਯਾਬ ਹੋ ਕੇ ਆਓ। ਸਾਗਰ ਨੂੰ ਪਰਬਤਾਂ ਨਾਲ ਜਿਵੇਂ ਅਲੱਗ ਕਰਦੀਆਂ ਹੋਈਆਂ ਗੱਡੀਆਂ ਮਖਾਚ ਕਲਾ ਤੋਂ ਤੁਰੀਆਂ ਜਾ ਰਹੀਆਂ ਸਨ। ਉਹ ਦਾਗਿਸਤਾਨ ਦੀ ਜਵਾਨੀ, ਸ਼ਕਤੀ ਤੇ ਖੂਬਸੂਰਤੀ ਨੂੰ ਆਪਣੇ ਨਾਲ ਲਈ ਜਾ ਰਹੀਆਂ ਸਨ। ਸਾਰੇ ਦੇਸ਼ ਨੂੰ ਇਸ ਸ਼ਕਤੀ ਦੀ ਲੋੜ ਸੀ। ਰਹਿ ਕੇ ਹੀ ਸੁਣਨ ਨੂੰ ਮਿਲਦਾ ਸੀ, ਅਲਵਿਦਾ ਮੇਰੀ ਮੰਗੇਤਰ, ਨਮਸਤੇ ਪਿਆਰੀ ਪਤਨੀ, ਮੈਨੂੰ ਛੱਡ ਕੇ ਨਾ ਜਾ, ਮੈਂ ਵੀ ਤੇਰੇ ਨਾਲ ਜਾਣਾ ਚਾਹੁੰਦੀ ਹਾਂ। ਫਤਿਹਯਾਬ ਹੋ ਕੇ ਆਵਾਂਗੇ। ਗੱਡੀਆਂ ਜਾ ਰਹੀਆਂ ਸਨ, ਲਗਾਤਾਰ ਗੱਡੀਆਂ ਜਾ ਰਹੀਆਂ ਸਨ। ਮੈਨੂੰ ਆਪਣਾ ਪਿਆਰਾ ਅਧਿਆਪਕ ਸਿਖਲਾਈ ਕਾਲਜ ਯਾਦ ਆਉਂਦਾ ਹੈ। ਇਨਕਲਾਬੀ ਸ਼ਹੀਦਾਂ ਦੇ ਬੰਧੂ ਕਬਰਿਸਤਾਨ ਦੇ ਨੇੜੇ ਦਾਗਿਸਤਾਨ ਦੀ ਘੋੜ ਰਾਜਮੈਂਟ ਤਿਆਰ ਖਲੋਤੀ ਸੀ। ਲਾਲ ਛਾਪਾਮਾਰ ਪ੍ਰਸਿੱਧ ਕਾਰਾਯੇਵ ਨੇ ਉਹਦੀ ਕਮਾਨ ਸੰਭਾਲੀ ਹੋਈ ਸੀ। ਘੋੜਸਵਾਰ ਫੌਜੀਆਂ ਦੇ ਚਿਹਰੇ ਬੜੇ ਸਖਤ ਤੇ ਗੰਭੀਰ ਸਨ। ਰੈਜੀਮੈਂਟ ਵਫਾਦਾਰੀ ਦੀ ਸਹੁੰ ਖਾ ਰਹੀ ਸੀ। 90 ਸਾਲ ਦੇ ਪਹਾੜੀ ਬਜ਼ੁਰਗ ਨੇ ਰੈਜੀਮੈਂਟ ਨੂੰ ਵਿਦਾ ਕਰਦਿਆਂ ਹੋਇਆਂ ਇਹ ਸ਼ਬਦ ਕਹੇ, ਅਫਸੋਸ ਦੀ ਗੱਲ ਹੈ ਕਿ ਮੇਰੀ ਉਮਰ ਅੱਜ 30 ਸਾਲ ਨਹੀਂ, ਫਿਰ ਵੀ ਮੈਂ ਆਪਣੇ 3 ਪੁੱਤਰਾਂ ਨਾਲ ਜਾ ਸਕਣਾ। ਬਾਅਦ ਵਿੱਚ ਦਾਗਿਸਤਾਨ ਨਾਂ ਦਾ ਲੜਾਕੂ ਹਵਾਈ ਜਹਾਜ਼ਾਂ ਦਾ ਦਸਤਾ ਬਣਿਆ। ਸ਼ਾਮੀਲ ਨਾਂ ਦਾ ਟੈਂਕ ਦਲ ਤੇ ਦਾਗਿਸਤਾਨ ਕੋਮਸੋਮੋਲ ਨਾਂ ਦੀ ਬਖਤਰਬੰਦ ਮੋਟਰ ਗੱਡੀ। ਪਿਓ ਦੇ ਪੁੱਤਰ ਇੱਕ ਹੀ ਕਤਾਰ 'ਚ ਦੁਸ਼ਮਣ ਦੇ ਖਿਲਾਫ ਲੜ ਰਹੇ ਸਨ। ਪਹਾੜਾਂ ਦੇ ਉੱਤੇ ਮੁੜ ਕੇ ਫੌਜੀ ਸ਼ਾਨ ਚਮਕ ਵਿਖਾਉਣ ਲੱਗੀ। ਸਾਡੀਆਂ ਔਰਤਾਂ ਨੇ ਆਪਣੇ ਕੰਗਣ ਤੇ ਝੁਮਕੇ, ਪੇਟੀਆਂ ਤੇ ਅੰਗੂਠੀਆਂ, ਆਪਣੇ ਚੁਣੇ ਹੋਏ ਵਰਾਂ, ਬਾਲਮਾਂ ਤੇ ਬਾਬਲਾਂ ਦੇ ਤੋਹਫੇ, ਸੋਨਾ, ਚਾਂਦੀ, ਰਤਨ, ਹੀਰੇ ਤੇ ਦਾਗਿਸਤਾਨ ਦੀਆਂ ਪ੍ਰਾਚੀਨ ਕਲਾਕਿਰਤਾਂ ਵੱਡੇ ਸੋਵੀਅਤ ਦੇਸ਼ ਨੂੰ ਭੇਟ ਕਰ ਦਿੱਤੀਆਂ ਤਾਂ ਕਿ ਉਹ ਫਤਿਹ ਹਾਸਲ ਕਰ ਸਕੇ। ਹਾਂ, ਦਾਗਿਸਤਾਨ ਮੋਰਚੇ ਤੇ ਚਲਾ ਗਿਆ। ਉਹਨੇ ਪੂਰੇ ਦੇਸ਼ ਨਾਲ ਮਿਲ ਕੇ ਜੰਗ 'ਚ ਹਿੱਸਾ ਲਿਆ। ਫੌਜ ਦੇ ਹਰ ਹਿੱਸੇ ਜਹਾਜ਼ੀਆ, ਪੈਦਲ ਫੌਜੀਆਂ, ਟੈਂਕਚੀਆਂ, ਹਵਾਬਾਜ਼ਾਂ ਤੇ ਤੋਪਚੀਆਂ ਵਿੱਚ ਕਿਸੇ ਨਾ ਕਿਸੇ ਦਾਗਿਸਤਾਨੀ ਨਿਸ਼ਾਨੇਬਾਜ਼, ਹਵਾਬਾਜ਼, ਕਮਾਂਡਰ ਜਾਂ ਛਾਪੇਮਾਰ ਨੂੰ ਵੇਖਿਆ ਜਾ ਸਕਦਾ ਸੀ। ਬਹੁਤ ਦੂਰ ਤੱਕ ਫੈਲੇ ਮੋਰਚਿਆਂ ਤੋਂ ਛੋਟੇ ਦਾਗਿਸਤਾਨ 'ਚ ਸੋਗ ਭਰੀਆਂ ਚਿੱਠੀਆਂ ਆਉਂਦੀਆਂ ਸਨ। ਸਾਡੇ ਤਸਾਦਾ ਪਿੰਡ ਵਿੱਚ 70 ਪਹਾੜੀ ਘਰ ਹਨ। ਲਗਭਗ ਇੰਨੇ ਗੱਭਰੂ ਲੜਾਈ 'ਚ ਗਏ। ਜੰਗ ਦੇ ਸਾਲਾਂ 'ਚ ਮਾਤਾ ਜੀ ਕਹਿੰਦੇ ਹੁੰਦੇ ਸਨ, ਮੈਂ ਸੁਪਨੇ ਵਿੱਚ ਅਕਸਰ ਇਹ ਵੇਖਨੀ ਆ ਜਿਵੇਂ ਸਾਡੇ ਤਸਾਦਾ ਪਿੰਡ ਦੇ ਸਾਰੇ ਜਵਾਨ ਨੀਜ਼ਨੀ ਵਿੱਚ ਜਮ੍ਹਾਂ ਹੋ ਰਹੇ ਨੇ। ਕਦੇ ਆਕਾਸ਼ ਵਿੱਚ ਤਾਰਾ ਵੇਖ ਕੇ ਉਹ ਕਹਿੰਦੇ, ਸ਼ਾਇਦ ਇਸ ਵੇਲੇ ਸਾਡੇ ਪਿੰਡ ਦੇ ਗੱਭਰੂ ਵੀ ਲੈਨਿਨਗਰਾਦ ਦੇ ਨੇੜੇ ਕਿਤੇ ਇਸ ਤਾਰੇ ਨੂੰ ਵੇਖ ਰਹੇ ਨੇ। ਜਦੋਂ ਮੌਸਮੀ ਪੰਛੀ ਉੱਤਰ ਵੱਲੋਂ ਉੱਡ ਕੇ ਸਾਡੇ ਵਾਲੇ ਪਾਸੇ ਆਉਂਦੇ ਤਾਂ ਮੇਰੇ ਮਾਤਾ ਜੀ ਉਹਨਾਂ ਕੋਲੋਂ ਪੁੱਛਦੇ, ਤੁਸੀਂ ਸਾਡੇ ਤਸਾਦਾ ਦੇ ਗੱਭਰੂਆਂ ਨੂੰ ਤਾਂ ਨਹੀਂ ਵੇਖਿਆ? ਪਹਾੜੀ ਔਰਤਾਂ ਚਿੱਠੀਆਂ ਪੜ੍ਹਦਿਆਂ ਤੇ ਰੇਡੀਓ ਸੁਣਦਿਆਂ ਆਪਣੇ ਲਈ ਔਖੇ ਤੇ ਸਮਝ ਨਾ ਆਉਣ ਵਾਲੇ ਕੋਰਚ, ਬ੍ਰੇਸਟ, ਕੋਰਸੂਨ, ਸ਼ੇਵਚੇਨਵੋਕੋਵਸਕੀ, ਪਲੇਓਚੇਸਟੀ, ਕੋਨਸਤਾਂਸਾ, ਫਰੈਂਕਫੋਰਟ, ਔਨਮਾਈਨ, ਬ੍ਰਾਂਡੇਨਬਰਗ ਆਦਿ ਸ਼ਬਦਾਂ ਨੂੰ ਮੂੰਹ ਜ਼ਬਾਨੀ ਯਾਦ ਕਰਨ ਦੀ ਕੋਸ਼ਿਸ਼ ਕਰਦੀਆਂ। ਪਹਾੜੀ ਔਰਤਾਂ ਖਾਸ ਕਰਕੇ 2 ਸ਼ਹਿਰਾਂ ਦੇ ਮਾਮਲੇ 'ਚ ਗੜਬੜ ਕਰਦੀਆਂ ਸਨ। ਇਹ 2 ਸ਼ਹਿਰ ਸਨ, ਬੁਖਾਰੈਸਟ ਤੇ ਬੁਡਾਪੈਸਟ, ਤੇ ਹੈਰਾਨ ਹੁੰਦੀਆਂ ਸਨ ਕਿ 2 ਵੱਖਰੇ ਸ਼ਹਿਰ ਹਨ। ਹਾਂ, ਕਿੱਥੇ ਨਹੀਂ ਗਏ ਸਾਡੇ ਤਸਾਦਾ ਪਿੰਡ ਦੇ ਨੌਜਵਾਨ। ਸੰਨ 1943 'ਚ ਆਪਣੇ ਪਿਤਾ ਜੀ ਨਾਲ ਮੈਂ ਬਾਲਾਸ਼ੋਵ ਸ਼ਹਿਰ ਗਿਆ। ਉੱਥੇ ਮੇਰੇ ਵੱਡੇ ਭਰਾ ਦਾ ਹਸਪਤਾਲ 'ਚ ਦੇਹਾਂਤ ਹੋ ਗਿਆ ਸੀ। ਛੋਟੀ ਜੀ ਨਦੀ ਦੇ ਕੰਢੇ ਅਸੀਂ ਉਹਦੀ ਕਬਰ ਲੱਭ ਲਈ ਤੇ ਉਹਦੇ ਉੱਤੇ ਇਹ ਸ਼ਬਦ ਪੜ੍ਹੇ, ਮੁਹੰਮਦ ਹਮਜ਼ਤੋਵ। ਪਿਤਾ ਜੀ ਨੇ ਇਸ ਕਬਰ ਉੱਤੇ ਰੂਸੀ ਬੇਰਿਓਜ਼ਾ ਯਾਨੀ ਭੁਰਜ ਰੁੱਖ ਲਾਇਆ।
ਪਿਤਾ ਜੀ ਨੇ ਕਿਹਾ, ਸਾਡਾ ਤਸਾਦਾ ਦਾ ਕਬਰਿਸਤਾਨ ਹੁਣ ਬਹੁਤ ਫੈਲ ਗਿਆ ਹੈ, ਸਾਡਾ ਪਿੰਡ ਹੁਣ ਵੱਡਾ ਹੋ ਗਿਆ ਹੈ। ਧੰਨਵਾਦ।